ਬਾਰ ਬਾਰ ਜਗਦੀਸਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਚਾਉ ਪਈ ਸ੍ਰੀ ਗੁਰੂ ਹਰਗੋਬਿੰਦ ਜੀ। ਖੇਲਤ ਲਰਕਨ ਸੰਗ ਅਜਰ ਬਿਹਾਰਤ ਦੋਰਤੀ। ਦੇਖਤ ਜਨਨੀ ਗੰਗ ਸ੍ਰੀ ਗੁਰੂ ਹਰਗੋਬਿੰਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਕੁਲ ਆਲਮ ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਅੱਜ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਹੈ ਅਤੇ ਨਾਲ ਹੀ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ। ਆਪ ਸਮੁੱਚੀਆਂ ਹੀ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਵੈਸਾਖ ਸੁਦੀ 1 ਸੰਮਤ 1561 ਸੰਨ 1504 ਨੂੰ ਮੱਤੇ ਦੀ ਸਰਾਂ ਫਿਰੋਜ਼ਪੁਰ ਦੇ ਵਿੱਚ ਬਾਬਾ ਫੇਰੂਮਲ ਜੀ ਦੇ ਗ੍ਰਹਿ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ। ਬਾਬਾ ਲਹਿਣਾ ਜੀ ਦਾ ਕੁਝ ਸਮਾਂ ਜਿਹੜਾ ਬਚਪਨਾ ਸੀ ਉਹ ਮੱਤੇ ਦੀ ਸਰਾਂ ਜ਼ਿਲ੍ਹਾ ਮੁਕਤਸਰ ਫਿਰੋਜ਼ਪੁਰ ਦੇ ਵਿੱਚ ਹੈ। ਉੱਥੇ ਆਪ ਜੀ ਦਾ ਬਚਪਨ ਬਤੀਤ ਹੋਇਆ। ਬਾਅਦ ਵਿੱਚ ਆਪ ਜੀ ਖਡੂਰ ਸਾਹਿਬ ਨਗਰ ਆ ਵਸੇ। ਇੱਥੇ ਆਪ ਜੀ ਦੇ ਪਿਤਾ ਜੀ ਵਪਾਰ ਕਰਦੇ ਸਨ। 22 ਸਾਲ ਦੀ ਆਪ ਜੀ ਦੀ ਉਮਰ ਸੀ ਜਦੋਂ ਬਾਬਾ ਫੇਰੂਮਲ ਜੀ ਅਕਾਲ ਚਲਾਣਾ ਕਰ ਗਏ। ਜਿੱਥੇ ਆਪ ਜੀ ਧਰਮ ਦੀ ਕਿਰਤ ਕਰਦੇ ਸਨ, ਉਹਦੇ ਨਾਲ ਨਾਲ ਧਰਮ ਦੀ ਦੁਨੀਆ ਦੇ ਵਿੱਚ ਆਪ ਜੀ ਆਪਣੇ ਪਿਤਾ ਦੇ ਨਾਲ ਵੈਸ਼ਨੋ ਦੇਵੀ ਯਾਤਰਾ ਵਾਸਤੇ ਵੀ ਜਾਂਦੇ ਸਨ। ਆਪ ਜੀ ਦੇ ਪਿਤਾ ਜੀ ਸਾਰਾ ਜਥਾ ਲੈ ਕੇ ਖਡੂਰ ਸਾਹਿਬ ਨਗਰ ਤੋਂ ਚੱਲਦੇ ਯਾਤਰਾ ਨੂੰ ਜਦੋਂ ਪਿਤਾ ਜੀ ਚਲਾਣਾ ਕਰ ਗਏ ਤੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਬਾਬਾ ਲਹਿਣਾ ਜੀ ਨੇ ਸੰਭਾਲੀ। ਹਰ ਸਾਲ ਆਪਣੇ ਨਗਰ ਤੋਂ ਚੱਲਣਾ, ਯਾਤਰਾ ਨੂੰ ਜਾਣਾ, ਪਰ ਅੰਦਰ ਦੀ ਹਲੇ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ। ਇੱਕ ਵਾਰ ਆਪ ਜੀ ਆਪਣੀ ਦੁਕਾਨ ਤੇ ਬੈਠੇ ਸਨ। ਆਪ ਜੀ ਦੇ ਪਾਸ ਭਾਈ ਭਾਣਾ ਨਾਮ ਦਾ ਸਿੱਖ ਆਪ ਜੀ ਪਾਸੋਂ ਸੌਦਾ ਲੈਣ ਵਾਸਤੇ ਆਇਆ। ਆਪ ਜੀ ਨੂੰ ਉਸਨੇ 2 ਟਕੇ ਅੱਗੇ ਰੱਖੇ
ਤੇ 3 ਸਿਰ ਆਪ ਜੀ ਨੇ ਉਹਦੀ ਖੰਡ ਤੋਲ ਕੇ 1 ਮੁੱਠੀ ਖੰਡ ਵੱਧ ਪਾ ਦਿੱਤੀ ਤੇ ਭਾਈ ਭਾਣੇ ਨੇ ਉਹ ਵੱਧ ਜਿਹੜੀ ਖੰਡ ਸੀ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੇ ਬਾਬਾ ਲਹਿਣਾ ਜੀ ਦੇ ਮਨ ਤੇ ਬੜਾ ਪ੍ਰਭਾਵ ਪਾਇਆ। ਇਹਨਾਂ ਦੇ ਗੁਰੂ ਬਾਰੇ ਪੁੱਛਿਆ ਤੇ ਭਾਈ ਭਾਣਾ ਜੀ ਨੇ ਦੱਸਿਆ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਕਿਸੇ ਕੋਲੋਂ ਵੱਧ ਵਸਤੂ ਨਹੀਂ ਲੈਣੀ, ਆਪਣੇ ਹੱਕ ਹਲਾਲ ਦੀ ਕਮਾਈ ਕਰਨੀ ਹੈ। ਗੁਰੂ ਸਾਹਿਬ ਬਾਰੇ ਪੁੱਛਿਆ ਤੇ ਨਾਮ ਗੁਰੂ ਨਾਨਕ ਸਾਹਿਬ ਦੱਸਿਆ। ਮਨ ਬੜਾ ਪ੍ਰਭਾਵਿਤ ਹੋਇਆ। ਕੁਝ ਸਮਾਂ ਬਤੀਤ ਹੁੰਦਾ ਹੈ ਤੇ ਆਪ ਜੀ ਨੇ ਭਾਈ ਜੋਧ ਰਾਏ ਪਾਸੋਂ ਆਸਾ ਜੀ ਦੀ ਵਾਰ ਦਾ ਸ਼ਲੋਕ ਸਰਵਣ ਕੀਤਾ, ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿ ਛਲਾਹੇ ਉੱਪਰ ਘਾਲੀਐ। ਇਹ ਪਾਵਨ ਸ਼ਬਦਾਂ ਨੇ ਮਨ ਨੂੰ ਬੜਾ ਸਕੂਨ ਦਿੱਤਾ। ਪੁੱਛਿਆ ਕਿ ਕਿਹਨਾਂ ਦੀ ਇਹ ਬਾਣੀ ਹੈ ਤੇ ਭਾਈ ਜੋਧ ਰਾਏ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਆਪ ਜੀ ਨੇ ਭਾਈ ਜੋਧ ਪਾਸੋਂ ਇਹ ਸ਼ਬਦ ਜਿਹੜੇ ਸਨ ਉਹ ਲਿਖ ਲਏ, ਕੰਠ ਕਰ ਲਏ। ਹਰ ਰੋਜ਼ ਆਪ ਜੀ ਨੇ ਦੁਕਾਨ ਤੇ ਬੈਠਣਾ, ਇਹਨਾਂ ਸ਼ਬਦਾਂ ਦਾ ਜਾਪ ਕਰਨਾ ਤੇ ਮਨ ਨੂੰ ਬੜਾ ਆਨੰਦ ਮਿਲਦਾ ਸੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਜ ਮਨ ਦੇ ਵਿੱਚ ਖਿਆਲ ਆਇਆ, ਕਿਉਂਕਿ ਭਾਈ ਜੋਧ ਰਾਏ ਤੋਂ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਟਿਕਾਣਾ, ਉਹਨਾਂ ਕਿਹਾ ਕਰਤਾਰਪੁਰ ਆਪ ਜੀ ਦਾ ਡੇਰਾ ਹੈ, ਉੱਥੇ ਆਪ ਜੀ ਦਾ ਨਿਵਾਸ ਹੈ। ਮਨ ਵਿੱਚ ਧਾਰ ਲਿਆ ਕਿ ਇਸ ਵਾਰ ਜਦੋਂ ਯਾਤਰਾ ਨੂੰ ਜਾਵਾਂਗੇ ਤੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਣੇ ਨੇ। ਇਸੇ ਤਰ੍ਹਾਂ ਹੋਇਆ। ਜਦ ਯਾਤਰਾ ਜਾਣ ਦਾ ਸਮਾਂ ਆਇਆ, ਜਥਾ ਨਾਲ ਲਿਆ। ਕਰਤਾਰਪੁਰ ਨਗਰ ਦੇ ਬਾਹਰ ਜਥੇ ਨੂੰ ਰੋਕਿਆ, ਕਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਉਣਾ। ਆਪ ਜੀ ਘੋੜੀ ਤੇ ਚੜ੍ਹੇ। ਨਗਰ ਦੇ ਬਾਹਰ ਹੀ ਇੱਕ ਬਜ਼ੁਰਗ ਮਿਲੇ, ਉਹਨਾਂ ਪਾਸੋਂ ਗੁਰੂ ਨਾਨਕ ਸਾਹਿਬ ਜੀ ਦਾ ਟਿਕਾਣਾ ਪੁੱਛਿਆ ਤੇ ਉਹ ਬਜ਼ੁਰਗਾਂ ਨੇ ਘੋੜੀ ਦੀ ਲਗਾਮ ਫੜੀ ਤੇ ਆਪਣੇ ਨਾਲ ਲੈ ਗਏ। ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ ਸੀ, ਉਹਦੇ ਬਾਹਰ ਘੋੜੀ ਰੋਕ ਕੇ ਕਿਹਾ, ਪੁਰਖਾ ਇਹ ਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ ਹੈ, ਇੱਥੇ ਤੁਸੀਂ ਘੋੜੀ ਰੋਕ ਦਿਓ, ਇਸ਼ਨਾਨ ਪਾਨ ਕਰਕੇ ਆਓ ਤੇ ਅੰਦਰ ਦਰਸ਼ਨ ਹੋਣਗੇ। ਆਪ ਜੀ ਸਤਿਗੁਰੂ ਆਪ ਜੀ ਆਪ ਮਹਾਰਾਜ ਦੂਸਰੇ ਦਰਵਾਜ਼ੇ ਰਾਹੀਂ ਉਸ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ। ਜਦੋਂ ਬਾਬਾ ਲਹਿਣਾ ਜੀ ਘੋੜੀ ਖੜੀ ਕਰਕੇ ਇਸ਼ਨਾਨ ਪਾਨ ਕਰਕੇ ਅੰਦਰ ਗਏ, ਕੀ ਦੇਖਦੇ ਨੇ ਕਿ ਗੱਦੀ ਤੇ ਉਹ ਬੈਠੇ ਨੇ ਜਿਹੜੇ ਘੋੜੀ ਦੀ ਲਗਾਮ ਫੜ ਕੇ ਅੱਗੇ ਤੁਰੇ ਆਏ ਸਨ। ਦੇਖ ਕੇ ਮਨ ਬੜਾ ਹੈਰਾਨ ਹੋਇਆ। ਉਸੇ ਵਕਤ ਨਿਮਰਤਾ ਦੇ ਤੀਰ ਦੇ ਨਾਲ ਹਿਰਦਾ ਜਿਹੜਾ ਸੀ ਉਹ ਘਾਇਲ ਹੋ ਗਿਆ। ਹੁਣ ਇਹਦਾ ਇਲਾਜ ਸੀ ਗੁਰੂ ਦਾ ਮਿਲਾਪ। ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਕਹਿਣ ਲੱਗੇ, ਸਤਿਗੁਰੂ ਮੇਰੇ ਤੋਂ ਬੜੀ ਵੱਡੀ ਭੁੱਲ ਹੋਈ ਹੈ, ਜਿਹਦੇ ਦਰਸ਼ਨ ਕਰਨ ਵਾਸਤੇ ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਉਹ ਮੇਰੇ ਅੱਗੇ ਘੋੜੀ ਦੀ ਲਗਾਮ ਫੜ ਕੇ ਤੁਰ ਕੇ ਆਵੇ, ਇੰਨੀ ਵੱਡੀ ਮੇਰੇ ਤੋਂ ਅਵੱਗਿਆ ਹੋਈ। ਸਤਿਗੁਰੂ ਜੀ ਕਹਿਣ ਲੱਗੇ, ਚਿੰਤਾ ਨਾ ਕਰ ਪੁਰਖਾ, ਤੇਰਾ ਨਾਮ ਕੀ ਹੈ? ਕਹਿਣ ਲੱਗੇ, ਮੇਰਾ ਨਾਮ ਹੈ ਲਹਿਣਾ। ਤੇ ਗੁਰਦੇਵ ਨੇ ਅੱਗੋਂ ਕਿਹਾ, ਕਹਿਣ ਲੱਗੇ, ਤੂੰ ਲੈਣਾ ਤੇ ਅਸੀਂ ਤੇਰਾ ਦੇਣਾ। ਜਿਹੜੇ ਲੈਣ ਵਾਲੇ ਹੁੰਦੇ ਨੇ ਉਹ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਨੇ। ਇਹ ਬਚਨ ਸੁਣਿਆ। ਬਸ ਇਹ ਬਚਨ ਗੁਰੂ ਸਾਹਿਬ ਦਾ ਸੁਣਦਿਆਂ ਹੀ ਅੱਜ ਤੋਂ ਗੁਰੂ ਸਾਹਿਬ ਨੂੰ ਆਪਣਾ ਤਨ ਮਨ ਧਨ ਜਿਹੜਾ ਸੀ ਉਹ ਅਰਪਣ ਕਰ ਦਿੱਤਾ ਕਿ ਜਿਸ ਗੁਰੂ ਦੀ ਭਾਲ ਵਿੱਚ ਸੀ ਅੱਜ ਮੈਨੂੰ ਪੂਰਾ ਗੁਰੂ ਮਿਲ ਪਿਆ। ਬਾਹਰ ਆਏ, ਆ ਕੇ ਜਥੇ ਨੂੰ ਕਿਹਾ ਕਿ ਤੁਸੀਂ ਜਾਓ ਜਿੱਥੇ ਜਾਣਾ ਹੈ, ਹੁਣ ਮੈਨੂੰ ਮੇਰਾ ਟਿਕਾਣਾ ਮਿਲ ਗਿਆ, ਮੇਰਾ ਘਰ ਮਿਲ ਗਿਆ। ਆਪ ਬਾਬਾ ਲਹਿਣਾ ਜੀ ਕੁਝ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰੁਕੇ ਨੇ। ਫਿਰ ਵਾਪਸ ਖਡੂਰ ਸਾਹਿਬ ਆਏ। ਆਪਣਾ ਸਾਰਾ ਕਾਰੋਬਾਰ ਭਣੇਵੇਂ ਨੂੰ ਸੌਂਪ ਕੇ ਦੂਸਰੀ ਵਾਰੀ ਫਿਰ ਕੁਝ ਭੇਟਾ ਵਜੋਂ ਲੂਣ ਦੀ ਪੰਡ ਲਈ ਹੈ, ਆਪਣੇ ਸਿਰ ਤੇ ਰੱਖ ਲਈ। ਤੁਰਨ ਲੱਗਿਆਂ ਭਣੇਵੇਂ ਨੇ ਇਹ ਵੀ ਗੱਲ ਕਹੀ ਸੀ। ਕਹਿਣ ਲੱਗਾ ਕਿ ਤੁਸੀਂ ਨਗਰ ਦੇ ਸਤਿਕਾਰਯੋਗ ਹੋ, ਇੰਨਾ ਭਾਰ ਲੈ ਕੇ ਇੰਨੀ ਦੂਰ ਤੁਰ ਕੇ ਜਾਓਗੇ, ਨਾਲ ਕੋਈ ਸੇਵਕ ਲੈ ਜਾਓ। ਅੱਗੋਂ ਬਾਬਾ ਲਹਿਣਾ ਜੀ ਨੇ ਉੱਤਰ ਦਿੱਤਾ ਕਿ ਹੱਥ ਪੈਰਾਂ ਦੇ ਨਾਲ ਸੇਵਾ ਕਰਕੇ ਹੀ ਤਾਂ ਗੁਰੂ ਦੀ ਖੁਸ਼ੀ ਮਿਲਦੀ ਹੈ। ਸਗੋਂ ਚੱਲੇ
ਕਰਤਾਰਪੁਰ ਆਏ। ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਕਿੱਥੇ ਨੇ? ਤੇ ਮਾਤਾ ਜੀ ਕਹਿਣ ਲੱਗੇ ਇਸ ਸਮੇਂ ਖੇਤਾਂ ਵਿੱਚ ਘਾਹ ਕਢਾ ਰਹੇ ਹਨ। ਉਸ ਵੇਲੇ ਲੂਣ ਦੀ ਪੰਡ ਧਰਮਸ਼ਾਲਾ ਵਿੱਚ ਰੱਖ ਕੇ ਆਪ ਖੇਤਾਂ ਵਿੱਚ ਚਲੇ ਗਏ। ਸਾਰੇ ਸਿੱਖਾਂ ਨੂੰ ਹੱਥੀਂ ਸੇਵਾ ਕਰਦਿਆਂ ਦੇਖਿਆ। ਮਨ ਵਿੱਚ ਬੜਾ ਚਾਅ ਪ੍ਰਗਟ ਹੋਇਆ ਕਿ ਮੈਂ ਵੀ ਇਹਨਾਂ ਸਿੱਖਾਂ ਵਾਂਗੂ ਸੇਵਾ ਕਰਾਂ। ਆਪ ਜੀ ਨੇ ਨਹੀਂ ਵਿਚਾਰ ਕੀਤੀ ਕਿ ਮੇਰੇ ਬਸਤਰ ਕਿੰਨੇ ਕੀਮਤੀ ਨੇ। ਖੇਤਾਂ ਵਿੱਚ ਉਤਰ ਗਏ ਤੇ ਸਾਰੇ ਸਿੱਖ ਖੇਤਾਂ ਵਿੱਚੋਂ ਨਦੀਨ ਕੱਢ ਰਹੇ ਸਨ। ਝੋਨੇ ਚੋਂ ਘਾਹ ਬਾਹਰ ਕੱਢ ਰਹੇ ਸੀ। ਆਪ ਜੀ ਨੇ ਪਹਿਲਾਂ ਖੇਤੀ ਨਹੀਂ ਸੀ ਕੀਤੀ ਕਿਉਂਕਿ ਵਪਾਰੀ ਸਨ, ਤੇ ਆਪ ਜੀ ਦੇ ਮਨ ਵਿੱਚ ਚਾਅ ਸੀ ਸੇਵਾ ਦਾ। ਤੇ ਜਿੱਥੇ ਸਿੱਖ ਘਾਹ ਪੁੱਟ ਰਹੇ ਸਨ, ਆਪ ਜੀ ਨੇ ਫਸਲ ਦੇ ਬੂਟੇ ਪੁੱਟਣੇ ਸ਼ੁਰੂ ਕੀਤੇ। ਇਹ ਦੇਖ ਕੇ ਗੁਰੂ ਨਾਨਕ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ, ਪੁਰਖਾ ਤੇਰੀ ਡਿਊਟੀ ਪੁੱਟਣ ਦੀ ਨਹੀਂ, ਤੇਰੀ ਡਿਊਟੀ ਲਾਉਣ ਦੀ ਹੈ। ਤੂੰ ਆ ਜਿਹੜਾ ਘਾਹ ਬਾਹਰ ਕੱਢਿਆ ਹੈ ਨਾ, ਪੰਡ ਸਿਰ ਤੇ ਚੱਕ ਧਰਮਸ਼ਾਲਾ ਲੈ ਚੱਲੂ। ਮਹਾਰਾਜ ਦਾ ਬਚਨ ਮੰਨਿਆ, ਸਿਰ ਤੇ ਘਾਹ ਵਾਲੀ ਪੰਡ ਚੁੱਕ ਲਈ। ਜਿਹੜਾ ਵਿੱਚੋਂ ਚਿੱਕੜ ਸੀ, ਪਾਣੀ ਸੀ, ਉਹ ਨਿਚੜਨ ਲੱਗਾ। ਸਾਰੇ ਬਸਤਰ ਭਰ ਗਏ। ਜਦੋਂ ਨਗਰ ਆਏ ਤੇ ਮਾਤਾ ਸੁਲੱਖਣੀ ਜੀ ਨੇ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ। ਕਹਿਣ ਲੱਗੇ, ਵਿਚਾਰ ਕਰ ਲੈਣੀ ਸੀ ਕਿ ਇਹ ਤਾਂ ਸੋਹਣੇ ਬਸਤਰ ਪਾ ਕੇ ਹਲੇ ਆਏ ਨੇ, ਕੀਮਤੀ ਬਸਤਰਾਂ ਵੱਲ ਨਹੀਂ ਤੁਸੀਂ ਦੇਖਿਆ। ਸਿਰ ਤੇ ਘਾਹ ਵਾਲੀ ਪੰਡ ਚੁਕਾ ਦਿੱਤੀ, ਸਾਰੇ ਬਸਤਰ ਹੀ ਭਰ ਗਏ ਚਿੱਕੜ ਦੇ ਨਾਲ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਬਚਨ ਕਹੇ, ਗੁਰਦੇਵ ਕਹਿਣ ਲੱਗੇ ਮਾਤਾ ਸੁਲੱਖਣੀ ਜੀ ਦੇ ਤਾਈ ਕਿ ਜਿਹੜੀ ਸਿਰ ਦੇ ਉੱਤੇ ਤੁਸੀਂ ਘਾਹ ਦੀ ਪੰਡ ਦੇਖ ਰਹੇ ਹੋ, ਇਹ ਬਾਬਾ ਬੁੱਢਾ ਸਾਹਿਬ ਨੂੰ ਪੁੱਛ ਕੇ ਦੇਖੋ, ਇਹ ਘਾਹ ਦੀ ਪੰਡ ਨਹੀਂ। ਦੀਨ ਦੁਨੀ ਛਤਰ ਸਿਰ ਧਾਰਾ, ਵਹਿ ਕੀਚ ਜਲ ਨਹੀਂ ਕੇਸਰ ਸਿਰ ਡਾਰਾ। ਮਹਾਰਾਜ ਕਹਿੰਦੇ ਦੀਨ ਦੁਨੀ ਦਾ ਛਤਰ ਇਹਨਾਂ ਦੇ ਸਿਰ ਤੇ ਝੁੱਲ ਰਿਹਾ। ਇਹਨਾਂ ਦੇ ਸਰੀਰ ਦੇ ਉੱਤੇ, ਬਸਤਰਾਂ ਦੇ ਉੱਤੇ ਚਿੱਕੜ ਨਹੀਂ। ਵਹਿ ਕੀਚ ਜਲ ਨਹੀਂ ਕੇਸਰ ਸਿਰ ਡਾਰਾ, ਇਹਨਾਂ ਦੇ ਉੱਪਰ ਕੇਸਰ ਦੇ ਛਿੱਟੇ ਨੇ। ਇਹ ਲੈਣਾ, ਮੈਂ ਇਸ ਕੋ ਦੇਣਾ। ਮਹਾਰਾਜ ਕਹਿੰਦੇ ਲੈਣ ਵਾਲਾ ਏ, ਜਿਹਨੇ ਸਾਡੀ ਗੱਦੀ ਤੇ ਬੈਠਣਾ ਹੈ, ਇਹਨੂੰ ਗੁਰਤਾ ਗੱਦੀ ਮਿਲਣੀ ਹੈ ਤੇ ਅਸੀਂ ਇਹਦੇ ਦੇਣਦਾਰ ਹਾਂ। ਇਹ ਬਚਨ ਕਹੇ ਸਤਿਗੁਰਾਂ ਨੇ। ਫਿਰ ਬਾਬਾ ਲਹਿਣਾ ਜੀ ਨੇ ਜੋ ਸੇਵਾਵਾਂ ਕੀਤੀਆਂ ਇਤਿਹਾਸ ਵਿੱਚ ਪੜ੍ਹਦੇ ਹਾਂ ਸਾਧ ਸੰਗਤ, ਕਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕੋਈ ਕਿਸੇ ਗੱਲੋਂ ਜਵਾਬ ਨਹੀਂ ਸੀ ਦਿੱਤਾ। ਜੇ ਮਹਾਰਾਜ ਜੀ ਨੇ ਕਿਹਾ ਚਿੱਕੜ ਵਿੱਚੋਂ ਭਾਂਡਾ ਕੱਢ ਕੇ ਲਿਆਓ ਤੇ ਉਸੇ ਵਕਤ ਛਾਲ ਮਾਰੀ। ਮੋਈ ਚੋਈ ਬਾਹਰ ਕੱਢਣ ਨੂੰ ਕਿਹਾ ਤੇ ਉਸੇ ਵੇਲੇ ਸੁੱਟੀ। ਜੇ ਧਰਮਸ਼ਾਲਾ ਦੀ ਕੰਧ ਡਿੱਗ ਪਈ ਤੇ ਆਪ ਜੀ ਨੇ ਮਿਸਤਰੀਆਂ ਵਾਲਾ ਕੰਮ ਵੀ ਕੀਤਾ, ਸੇਵਾ ਨਿਭਾਈ। ਜੇ ਅੱਧੀ ਰਾਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸਾਡੇ ਬਸਤਰ ਲੈ ਜਾਓ, ਇਹਨੂੰ ਸੁਕਾ ਕੇ ਲਿਆਓ, ਤੇ ਪੁੱਤਰਾਂ ਨੇ ਇਨਕਾਰ ਕੀਤਾ। ਪਰ ਬਾਬਾ ਲਹਿਣਾ ਜੀ ਨੇ ਨਹੀਂ ਕਿਹਾ ਕਿ ਸਤਿਗੁਰੂ ਸਰਦੀਆਂ ਦੇ ਦਿਨ ਨੇ, ਬਸਤਰ ਕਿਸ ਤਰ੍ਹਾਂ ਧੁੱਬਣਗੇ ਤੇ ਸੁੱਕਣਗੇ ਕਿਸ ਤਰ੍ਹਾਂ। ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ। ਬਸਤਰ ਲੈ ਕੇ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਬਸਤਰ ਸੁਕਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਰਾਤੋਂ ਰਾਤ ਦਿੱਤੇ। ਸਾਧ ਸੰਗਤ ਜੇ ਸਤਿਗੁਰਾਂ ਨੇ ਫਿਰ ਪਰਖ ਕੀਤੀ, ਸਿੱਖੀ ਦੀ ਪਰਖ ਕੀਤੀ। ਕੁਝ ਮਹਾਰਾਜ ਜੀ ਨੇ ਪੈਸੇ ਵੀ ਸੁੱਟੇ, ਕੁਝ ਮੋਹਰਾਂ ਸੁੱਟੀਆਂ ਤੇ ਲੈ ਕੇ ਚੱਲਦੇ ਬਣੇ, ਪਰ ਨਹੀਂ ਗਏ। ਤੇ ਬਾਬਾ ਲਹਿਣਾ ਜੀ ਕਿਤੇ ਨਹੀਂ ਗਏ। ਅਖੀਰ ਸਤਿਗੁਰਾਂ ਨੇ ਧਾਨ ਕੋ ਰੂਪ ਰਹਾ ਕਰਤਾਰ, ਸਾਂਸੀਆਂ ਵਾਲਾ ਰੂਪ ਧਾਰਨ ਕੀਤਾ। ਮਹਾਰਾਜ ਜੀ ਨੇ ਆਪਣੇ ਨਾਲ ਸਰੀਰ ਦੇ ਉੱਤੇ ਕੁਝ ਪੁਸ਼ਾਕ ਉਸ ਤਰ੍ਹਾਂ ਦੀ ਪਾ ਲਈ, ਬਸਤਰ ਉਸ ਤਰ੍ਹਾਂ ਦੇ ਪਾ ਲਏ, ਨਾਲ ਸ਼ਿਕਾਰੀ ਕੂਕਰ ਰੱਖ ਲਏ। ਹੱਥ ਵਿੱਚ ਮਹਾਰਾਜ ਨੇ ਕੁੱਤਕਾ ਡੰਡਾ ਫੜ ਲਿਆ, ਜਿਹੜਾ ਕੋਲ ਆਵੇ ਉਹਦੇ ਡੰਡਾ ਪਵੇ। ਜੇ ਨਹੀਂ ਗਏ, ਸਾਰੇ ਚਲੇ ਗਏ, ਪਰ ਬਾਬਾ ਲਹਿਣਾ ਜੀ ਫਿਰ ਗੁਰੂ ਨਾਨਕ ਸਾਹਿਬ ਦੇ ਪਿੱਛੇ ਸਨ। ਮਹਾਰਾਜ ਨੇ ਉਸ ਵੇਲੇ ਕਿਹਾ, ਪੁਰਖਾ ਸਾਰੇ ਗਏ, ਤੂੰ ਕਿਉਂ ਨਹੀਂ ਗਿਆ? ਬਾਬਾ ਲਹਿਣਾ ਜੀ ਕਹਿੰਦੇ, ਸਤਿਗੁਰੂ ਜਿਨ੍ਹਾਂ ਦੇ ਟਿਕਾਣੇ ਸਨ ਉਹ ਚਲੇ ਗਏ, ਮੇਰਾ ਤੇ ਟਿਕਾਣਾ ਹੀ ਤੂੰ ਹੈ, ਮੇਰਾ ਤੇ ਘਰ ਹੀ ਤੂੰ ਹੈ, ਮੈਂ ਜਾਵਾਂ ਕਿੱਥੇ? ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਅਖੀਰਲੀ ਪਰਖ ਕੀਤੀ। ਸਾਧ ਸੰਗਤ ਜੰਗਲ ਦੇ ਵਿੱਚ ਸਤਿਗੁਰਾਂ ਨੇ ਕਿਹਾ, ਜੇ ਨਹੀਂ ਜਾਣਾ ਫਿਰ ਬਚਨ ਮੰਨ, ਆ ਜਿਹੜਾ ਮੁਰਦਾ ਹੈ ਇਹ ਖਾ। ਉਸ ਵੇਲੇ ਬਾਬਾ ਲਹਿਣਾ ਜੀ ਨੇ ਉਹਦੀਆਂ ਪਰਿਕਰਮਾ ਕੀਤੀਆਂ। ਸਤਿਗੁਰੂ ਕਹਿਣ ਲੱਗੇ ਕਿ ਮਨ ਡਰਦਾ ਹੈ, ਖਾਦਾ ਨਹੀਂ ਜਾਂਦਾ। ਬਾਬਾ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਮੈਂ ਤਾਂ ਤੁਹਾਡੇ ਬਚਨਾਂ ਨੂੰ ਉਡੀਕ ਰਿਹਾ, ਪੈਰਾਂ ਵਾਲੇ ਪਾਸੋਂ ਖਾਵਾਂ ਕਿ ਸਿਰ ਵਾਲੇ ਪਾਸੋਂ? ਉਸ ਵੇਲੇ ਜਦੋਂ ਬਸਤਰ ਉਤਾਰਿਆ ਤੇ ਐਸੀ ਗੁਰੂ ਸਾਹਿਬ ਜੀ ਦੀ ਕਿਰਪਾ ਵਰਤੀ, ਉਹ ਮੁਰਦਾ ਨਹੀਂ, ਉਹ ਕੜਾ ਪ੍ਰਸ਼ਾਦ ਦੀ ਦੇਗ ਸੀ। ਸਤਿਗੁਰਾਂ ਨੇ ਸਾਰੀਆਂ ਪਰਖਾਂ ਵਿੱਚੋਂ ਪੂਰੇ ਉਤਰੇ। ਬਾਬਾ ਲਹਿਣਾ ਜੀ ਨਗਰ ਵਿੱਚ ਲਿਆਂਦਾ, ਇਸ਼ਨਾਨ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਪਾਸੋਂ ਆਪ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਵਾਇਆ।
ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਅੰਗਦ ਦੇਵ ਸਾਹਿਬ ਨੂੰ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਗਦ ਬਣਾ ਦਿੱਤਾ। ਜਿਸ ਤਰ੍ਹਾਂ ਇੱਕ ਦੀਵੇ ਤੋਂ ਦੂਜਾ ਦੀਵਾ ਜਗਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਲਹਿਣੇ ਦੇ ਅੰਦਰ ਉਹ ਜੋਤ ਰੱਖ ਦਿੱਤੀ, ਜਿਹੜੀ ਜੋਤ ਸਾਰਿਆਂ ਦੇ ਅੰਦਰ ਚਾਨਣ ਕਰਨ ਵਾਲੀ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੀ। ਇਸ ਚਾਨਣ ਦੇ ਅੱਗੇ ਕਰੋੜਾਂ ਸੂਰਜ ਜਿਹੜੇ ਨੇ, ਸੈਂਕੜੇ ਜਿਹੜੇ ਚੰਦਰਮਾ ਹਨ, ਉਹ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਜਿਹੜੇ ਬਚਨ ਆਪਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੜ੍ਹਦੇ ਹਾਂ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅੱਜ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਹੈ। ਸਤਿਗੁਰੂ ਜੀ ਦੇ ਦਰਸ਼ਨ ਆਪਾਂ 63 ਸ਼ਲੋਕ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ, ਆਪ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਸ਼ਲੋਕਾਂ ਰਾਹੀਂ, ਬਾਣੀ ਰਾਹੀਂ ਆਪਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ। ਸਾਰੀਆਂ ਹੀ ਸੰਗਤਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਸਾਧ ਸੰਗਤ, ਦੂਜਾ ਪੁਰਬ ਅੱਜ ਸ਼੍ਰੋਮਣੀ ਭਗਤ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ। ਆਪ ਜੀ ਦਾ ਜਨਮ ਸਨ 1416। ਕੁਝ ਵਿਦਵਾਨ 17 ਦਾ ਜ਼ਿਕਰ ਕਰਦੇ ਹਨ। ਪਿੰਡ ਧੁਆਨ ਹੈ, ਜ਼ਿਲ੍ਹਾ ਟਾਂਕ, ਰਾਜਸਥਾਨ ਦੇ ਵਿੱਚ, ਉੱਥੇ ਹੋਇਆ। ਆਪ ਜੀ ਬਚਪਨ ਵਿੱਚ ਹੀ ਸਿੱਧਕੀ ਸੁਭਾਅ ਵਾਲੇ ਸਨ। ਜ਼ਿਕਰ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਕੀਤਾ, ਜਿੱਥੇ ਆਪ ਜੀ ਧਰਮ ਦੀ ਕਿਰਤ ਪਏ ਕਰਦੇ ਨੇ, ਜ਼ਿਮੀਂਦਾਰਾ ਕਰਦੇ ਨੇ, ਹਰ ਰੋਜ਼ ਆਪਣੇ ਘਰ ਤੋਂ ਪਸ਼ੂ ਲੈਣੇ, ਖੇਤਾਂ ਵਿੱਚ ਚਲੇ ਜਾਣਾ, ਨਾਲੇ ਪਸ਼ੂ ਚਾਰਨੇ, ਨਾਲੇ ਖੇਤੀ ਕਰਨੀ, ਨਾਲੇ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜੇ ਰਹਿਣਾ। ਰਸਤੇ ਵਿੱਚ ਇੱਕ ਪੰਡਤ ਤਰਲੋਚਨ ਦਾ ਟਿਕਾਣਾ ਸੀ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੇ। ਉਹ ਜਿਹੜਾ ਪੰਡਤ ਤਰਲੋਚਨ ਸੀ, ਉਹ ਹਰ ਰੋਜ਼ ਸਾਲਗ੍ਰਾਮ ਦੀ ਪੂਜਾ ਕਰਦਾ ਸੀ। ਇੱਕ ਦਿਨ ਭਗਤ ਧੰਨਾ ਜੀ ਹਰ ਰੋਜ਼ ਦੇਖਦੇ, ਇੱਕ ਦਿਨ ਮਨ ਵਿੱਚ ਖਿਆਲ ਆਇਆ ਤੇ ਉਹਨੂੰ ਪੁੱਛਿਆ, ਕਹਿਣ ਲੱਗੇ, ਪੰਡਤ ਜੀ ਤੁਸੀਂ ਇਹ ਕੀ ਕਰਦੇ ਹੋ? ਤੇ ਤਰਲੋਚਨ ਪੰਡਤ ਕਹਿਣ ਲੱਗਾ ਕਿ ਮੈਂ ਠਾਕੁਰ ਦੀ ਪੂਜਾ ਕਰਦਾ ਹਾਂ। ਤੇ ਭਗਤ ਧੰਨਾ ਜੀ ਸਿੱਧਾ ਸਾਦਾ ਸੁਭਾਅ ਸੀ, ਕਿਉਂਕਿ ਕਿਤੇ ਬਾਣੀ 'ਚ ਜ਼ਿਕਰ ਨਹੀਂ ਆਇਆ ਕਿ ਬੜੀ ਸਿਆਣਪ ਦੇ ਨਾਲ ਕਿਸੇ ਨੇ ਰੱਬ ਨੂੰ ਪਾਇਆ ਹੋਵੇ। ਸਗੋਂ ਪਹਿਲੇ ਪਾਤਸ਼ਾਹ ਜੀ ਦੀ ਪਹਿਲੀ ਬਾਣੀ ਪੜ੍ਹਦੇ ਹਾਂ, ਸਹਿ ਸਿਆਣਪਾਂ ਲੱਖੋ ਹੋਏ ਤਾਂ ਇੱਕ ਨਾ ਚੱਲੇ ਨਾਲ। ਹਜ਼ਾਰਾਂ ਹੀ ਸਿਆਣਪਾਂ ਹੋਣ, ਪਰ ਇੱਕ ਵੀ ਉਹਦੇ ਦਰ 'ਤੇ ਸਿਆਣਪ ਨਹੀਂ ਚੱਲਦੀ। ਸਗੋਂ ਗੁਰਦੇਵ ਕਹਿੰਦੇ ਨੇ, ਚਤੁਰਾਈ ਨਾ ਚਤੁਰਭੁਜ ਪਾਈ ਹੈ। ਚਤੁਰਾਈ ਨਾਲ, ਸਿਆਣਪਾਂ ਨਾਲ ਨਹੀਂ ਮਿਲਿਆ। ਭਾਈ ਗੁਰਦਾਸ ਜੀ ਕਹਿੰਦੇ, ਭੋਲਾ ਭਾਉ ਗੋਬਿੰਦ ਮਿਲਾਵੇ। ਜੇ ਪਰਮਾਤਮਾ ਦੀ ਪ੍ਰਾਪਤੀ ਕਰਾਈ ਹੈ ਤੇ ਭੋਲੇ ਭਾਵ ਨੇ ਕਰਾਈ ਹੈ, ਕਿਤੇ ਸਿਆਣਪ ਨੇ ਨਹੀਂ ਸੀ ਕਰਾਈ। ਕਿਤੇ ਬਾਣੀ 'ਚ ਜ਼ਿਕਰ ਨਹੀਂ ਆਉਂਦਾ, ਕਿਤੇ ਸਿੱਖਿਆ ਦਿੱਤੀ ਹੋਵੇ ਕਿ ਸਿਆਣਾ ਬਣ। ਮਹਾਰਾਜ ਨੇ ਕਿਹਾ ਕਿ ਆਪਣਾ ਅੰਦਰੋਂ ਜਿਹੜਾ ਹੈ ਸੁਭਾਅ ਸਿੱਧਾ ਰੱਖ। ਜੇ ਅੰਦਰੋਂ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਦਾ ਬਾਹਰੋਂ ਬਣ। ਜੇ ਬਾਹਰੋਂ ਲਿਬਾਸ ਧਾਰਨ ਕੀਤਾ ਤੇ ਅੰਦਰੋਂ ਫਿਰ ਉਸ ਤਰ੍ਹਾਂ ਦੀ ਕਮਾਈ ਕਰ। ਭਗਤ ਧੰਨਾ ਜੀ ਨੇ ਪੁੱਛਿਆ, ਕਹਿਣ ਲੱਗੇ ਠਾਕੁਰ ਦੇਂਦਾ ਕੀ? ਉਹ ਪੰਡਤ ਬੜਾ ਚਲਾਕ ਸੀ, ਤਰਲੋਚਨ ਕਹਿਣ ਲੱਗਾ ਕਿ ਠਾਕੁਰ ਸਾਰੇ ਸਾਡੇ ਕੰਮ ਸਵਾਰਦਾ ਹੈ। ਤੇ ਭਗਤ ਧੰਨਾ ਜੀ ਕਹਿੰਦੇ ਕਿ ਮੈਨੂੰ ਵੀ ਇੱਕ ਠਾਕੁਰ ਦੇ ਦਿਓ, ਮੇਰੇ ਕੰਮ ਬਹੁਤ ਜ਼ਿਆਦੇ ਨੇ, ਮੈਂ ਵੀ ਆਪਣੇ ਕੰਮ ਇਹਨਾਂ ਤੋਂ ਕਰਾ ਲਿਆ ਕਰਾਂ। ਉਹ ਤਰਲੋਚਨ ਪੰਡਤ ਨੇ ਦੇਖਿਆ ਕਿ ਇਹ ਸਿੱਧਾ ਸਾਦੇ ਸੁਭਾਅ ਵਾਲਾ ਹੈ, ਜ਼ਿਮੀਂਦਾਰ ਹੈ, ਤੇ ਇਹ ਠਾਕੁਰ ਦੀ ਪੂਜਾ ਨਹੀਂ ਕਰ ਸਕਦਾ, ਕਿਉਂਕਿ ਸਾਲਗ੍ਰਾਮ ਠਾਕੁਰ ਦੀ ਪੂਜਾ ਕੇਵਲ ਬ੍ਰਾਹਮਣ ਹੀ ਕਰੇਗਾ। ਉਸ ਵੇਲੇ ਉਹਨੇ ਬੜੀ ਚਲਾਕੀ ਦੇ ਨਾਲ ਇੱਕ ਅਣ ਘੜਿਆ ਪੱਥਰ ਜਿਹੜਾ ਸੀ ਉਹ ਬਸਤਰ ਵਿੱਚ ਲਪੇਟ ਕੇ ਭਗਤ ਧੰਨੇ ਨੂੰ ਦੇ ਕੇ ਆਪਣੇ ਗਲੋਂ ਲਾਇਆ। ਭਾਈ ਗੁਰਦਾਸ ਜੀ ਦਾ ਜ਼ਿਕਰ ਕਰਦੇ ਨੇ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਆਪਣੇ ਗਲੋਂ ਲਾ ਦਿੱਤਾ ਤੇ ਉਹਦੇ ਵਜੋਂ ਲਿਆ ਕਿ ਉਹਨੇ ਇੱਕ ਭਗਤ ਧੰਨਾ ਜੀ ਪਾਸੋਂ ਇੱਕ ਗਊ ਲਈ, ਇੱਕ ਗਾਂ ਲਈ, ਤੇ ਭਗਤ ਧੰਨੇ ਨੂੰ ਉਹਦੇ ਬਦਲੇ ਇੱਕ ਪੱਥਰ ਦਿੱਤਾ। ਹੁਣ ਭਗਤ ਧੰਨਾ ਜੀ ਸਿੱਧਾ ਸਾਦਾ ਸਿੱਧਕੀ ਸੁਭਾਅ ਸੀ, ਰੱਖ ਕੇ ਪੱਥਰ ਬੈਠ ਗਏ। ਉਹ ਤਰਲੋਚਨ ਤਾਂ ਹਰ ਰੋਜ਼ ਇੱਕ ਕੇਵਲ ਦਿਖਾਵਾ ਕਰਦਾ ਸੀ ਭੋਗ ਲਵਾਉਣ ਦਾ। ਅੱਜ ਕੋਈ ਭੋਜਨ ਛਕਿਆ ਨਹੀਂ, ਲੱਸੀ ਵੀ ਘਰੋਂ ਲਿਆਂਦੀ ਸੀ, ਉਹ ਵੀ ਛਕੀ ਨਹੀਂ। ਰੱਖ ਕੇ ਕੋਲ ਬੈਠ ਗਏ, ਕਹਿਣ ਲੱਗੇ ਪੰਡਤ ਰੋਜ਼ ਭੋਗ ਲਵਾਉਂਦਾ ਹੈ, ਮੈਂ ਵੀ ਇਸੇ ਤਰ੍ਹਾਂ ਭੋਗ ਲਵਾਵਾਂਗਾ। ਜਦੋਂ ਬਾਰ-ਬਾਰ ਛਕਣ ਵਾਸਤੇ ਕਹਿਣ ਭਗਵਾਨ ਜੀ ਛਕੋ, ਤੇ ਹੁਣ ਗੁਰੂ ਸਾਹਿਬ ਦੇ ਪਾਵਨ ਬਚਨ ਨੇ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇ। ਨਾ ਪੱਥਰ ਖਾਵੇ ਕੁਝ, ਨਾ ਕਿਸੇ ਨੂੰ ਕੁਝ ਦੇ। ਪਾਤਸ਼ਾਹ ਕਹਿੰਦੇ ਸੇਵਾ ਕਰਨੀ ਤਾਂ ਇਹਦੀ ਬਿਰਥੀ ਹੈ, ਪਰ ਆਪ ਜੀ ਦਾ ਸੁਭਾਅ ਦੇਖ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ
ਕਿਉਂਕਿ ਆਪ ਜੀ ਨੇ ਇਹ ਵੀ ਬਚਨ ਕੀਤੇ ਕਿ ਹੱਥ ਜੋੜ ਮਿੰਨਤ ਕਰੇ ਪੈਰੀ ਪੈ ਪੈ ਬਹੁਤ ਮਨਾਵੇ। ਭਾਈ ਗੁਰਦਾਸ ਜੀ ਲਿਖਦੇ। ਫਿਰ ਕਹਿਣ ਲੱਗੇ ਹਾਉ ਪੀ ਮੂੰਹ ਨਾ ਜੋ ਠਾਲਸਾਂ, ਤੂੰ ਰੁੱਠਾ ਜੇ ਤੂੰ ਰੁੱਸਿਆ ਮੇਰੇ ਤੋਂ, ਤੇ ਮੈਂ ਕਿਸ ਤਰ੍ਹਾਂ ਮੂੰਹ ਦੇ ਵਿੱਚ ਆਪਣੀ ਬੁਰਕੀ ਪਾਵਾਂ, ਤੇ ਜੇ ਤੂੰ ਨਹੀਂ ਪਾਵੇਂਗਾ ਇਹ ਭੋਜਨ ਛਕੇਂਗਾ ਨਹੀਂ, ਤੇ ਫਿਰ ਮੈਂ ਇੱਥੇ ਹੀ ਆਪਣੇ ਪ੍ਰਾਣ ਦੇ ਦੇਣੇ, ਮੈਂ ਵੀ ਕੁਝ ਨਹੀਂ ਉਹ ਖਾਣਾ। ਕਹਿੰਦੇ ਉਸ ਵੇਲੇ ਆਕਾਸ਼ਬਾਣੀ ਹੋਈ, ਧੰਨਿਆ ਪੱਥਰ ਵੀ ਕੁਝ ਖਾਂਦੇ ਨੇ। ਉਹ ਤਰਲੋਚਨ ਨੇ ਤਾਂ ਤੇਰੇ ਨਾਲ ਤੈਨੂੰ ਝੂਠ ਬੋਲਿਆ ਹੈ, ਤੇਰੇ ਨਾਲ ਧੋਖਾ ਕੀਤਾ ਹੈ। ਤੇ ਭਗਤ ਧੰਨਾ ਜੀ ਕਹਿਣ ਲੱਗੇ ਜੇ ਪੰਡਤ ਨੇ ਧੋਖਾ ਕੀਤਾ ਭਗਵਾਨ ਜੀ ਤੁਸੀਂ ਤਾਂ ਧੋਖਾ ਨਾ ਕਰੋ, ਜੇ ਉਹ ਝੂਠਾ ਹੈ ਤੁਸੀਂ ਤਾਂ ਸੱਚੇ ਹੋ ਨਾ, ਕਿਰਪਾ ਕਰਕੇ ਮੈਨੂੰ ਦਰਸ਼ਨ ਤਾਂ ਦੇਵੋ। ਹੁਣ ਬੋਲ ਤਾਂ ਸੁਣਾ ਦਿੱਤੇ, ਮੈਨੂੰ ਕਿਰਪਾ ਕਰਕੇ ਆਪਣੇ ਪ੍ਰਤੱਖ ਦਰਸ਼ਨ ਦੇਵੋ। ਕਿਤੇ ਜ਼ਿਕਰ ਨਹੀਂ ਗੁਰੂ ਸਾਹਿਬ ਨੇ ਕੀਤਾ ਬਾਣੀ ਅੰਦਰ ਕਿ ਪੱਥਰ ਦੇ ਵਿੱਚੋਂ ਰੱਬ ਪਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨ। 4 ਭਗਤਾਂ ਦਾ ਜ਼ਿਕਰ ਕੀਤਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਭਗਤ ਨਾਮਦੇਵ ਜੀ ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣ, ਅੱਧੀ ਕੌਡੀ ਦਾ ਸ਼ੀਂਬਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨ। ਜਦੋਂ ਪਰਮਾਤਮਾ ਦੀ ਭਗਤੀ ਕੀਤੀ ਹੋਇਓ ਲਾਖੀਣਾ, ਲੱਖਾਂ ਦਾ ਹੋ ਗਿਆ। ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗਤ ਦਰਸ਼ਨ ਪਾਇਆ। ਭਗਤ ਕਬੀਰ ਸਾਹਿਬ ਜੀ ਦਾ ਜ਼ਿਕਰ ਕੀਤਾ, ਰਵਿਦਾਸ ਸਾਹਿਬ ਜੀ ਦਾ ਜ਼ਿਕਰ ਕੀਤਾ। ਫਿਰ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਇਹਨਾਂ ਭਗਤਾਂ ਦੇ ਜੀਵਨ ਤੋਂ ਮਨ ਇੰਨਾ ਪ੍ਰਭਾਵਿਤ ਹੋਇਆ, ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਗ। ਭਗਤ ਧੰਨਾ ਜੀ ਦੇ 3 ਸ਼ਬਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੜ੍ਹਦੇ। ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਉਹਦੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨੇ। ਸੰਤ ਜਨਾਂ ਦੀ ਸੰਗਤ ਕਰਕੇ ਭਗਤ ਧੰਨਾ ਜੀ ਕਹਿੰਦੇ ਧਰਤੀ ਦੇ ਆਸਰੇ ਪ੍ਰਭੂ ਦੀ ਮੈਂ ਪ੍ਰਾਪਤੀ ਕੀਤੀ ਹੈ। ਜੇ ਦੂਸਰਾ ਸ਼ਬਦ ਭਗਤ ਜੀ ਦਾ ਪੜ੍ਹਦੇ ਹਾਂ, ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬਹਿ ਨ ਜਾਨਸ ਕੋਈ, ਜੋ ਤਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਕੁੰਮੀ ਜਲ ਮਹਿ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਪੂਰਨ ਪਰਮਾਨੰਦ ਮਨੋਰ ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਤੀਸਰਾ ਆਪ ਜੀ ਦਾ ਪਾਵਨ ਸ਼ਬਦ ਧਨਾਸਰੀ ਰਾਗ ਵਿੱਚ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਦੋਂ ਪ੍ਰਤੱਖ ਦਰਸ਼ਨ ਹੋਏ ਤੇ ਭਗਤ ਧੰਨਾ ਜੀ ਨੂੰ ਕਿਹਾ, ਇੰਨੇ ਪ੍ਰਸੰਨ ਹੋਏ ਭਗਵਾਨ ਜੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜਿਸ ਤਰ੍ਹਾਂ ਪਿਤਾ ਪੁੱਤਰ ਨੂੰ ਲਾਡ ਕਰਦਾ ਹੈ ਨਾ, ਇਸ ਤਰ੍ਹਾਂ ਪਰਮਾਤਮਾ ਨੇ ਪ੍ਰਤੱਖ ਦਰਸ਼ਨ ਦੇ ਕੇ ਭਗਤ ਧੰਨੇ ਨੂੰ ਬੜਾ ਪਿਆਰ ਦਿੱਤਾ। ਫਿਰ ਪਿਆਰ ਵਿੱਚ ਆ ਕੇ ਕਹਿੰਦੇ, ਧੰਨਿਆ ਸਾਰੇ ਭਗਤਾਂ ਨੇ ਮੇਰੀ ਆਰਤੀ ਕੀਤੀ, ਤੂੰ ਮੇਰੀ ਆਰਤੀ ਨਹੀਂ ਕਰੇਂਗਾ? ਤੇ ਭਗਤ ਧੰਨਾ ਜੀ ਕਹਿੰਦੇ, ਪਾਤਸ਼ਾਹ ਮੈਂ ਆਰਤਾ ਕਰਾਂ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਫਿਰ ਛੋਟੀ ਤੋਂ ਛੋਟੀ ਵਸਤੂ ਜਿਹੜੀ ਸੀ ਉਹ ਭਗਤ ਧੰਨਾ ਜੀ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ 'ਚੋਂ ਮੰਗੀ। ਕਿਉਂ? ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਆ ਨਾ, ਫਰੀਦਾ ਬਾਹਰ ਪਰਾਇਆ ਬੈਸਣਾ, ਸਾਈਂ ਮੁਝੈ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ। ਮੈਂ ਤੇਰੀ ਭਗਤੀ ਕਰਾਂ, ਪਰ ਕਿਰਪਾ ਕਰੀ ਇੱਕ ਮਾਲਕਾ, ਮੈਨੂੰ ਕਿਸੇ ਦੇ ਦਰ ਦਾ ਮੁਥਾਜ ਨਾ ਕਰੀ, ਮੈਂ ਤੇਰੇ ਦਰ ਦਾ ਮੰਗਤਾ ਹਾਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਕੀ। ਸੀਧਾ ਨਾਮ ਆਟੇ ਦਾ ਹੈ, ਦਾਲ ਮੰਗਦਾ, ਆਟਾ ਮੰਗਦਾ 2 ਵਕਤ ਦਾ, ਤੇ ਫਿਰ ਇੰਨੀ ਕਿਰਪਾ ਕਰਕੇ ਮੈਂ ਸੁੱਕੀ ਤੇ ਨਾ ਖਾਵਾਂ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀ। ਫਿਰ ਪਨੀਆਂ, ਪਨੀਆਂ ਨਾਮ ਹੈ ਪੈਰਾਂ ਵਿੱਚ ਪਾਉਣ ਵਾਲੇ ਜੋੜੇ ਦਾ, ਜੁੱਤੀ ਦਾ। ਸ਼ਾਦਨ, ਸ਼ਾਦਨ ਨਾਮ ਹੈ ਬਸਤਰ ਦਾ। ਪਨੀਆਂ ਸ਼ਾਦਨ ਨੀਕਾ, ਸੋਹਣਾ ਬਸਤਰ ਤੇ ਸੋਹਣਾ ਜੋੜਾ ਮੇਰੇ ਪੈਰਾਂ ਵਿੱਚ ਹੋਵੇ। ਪਨੀਆਂ ਸ਼ਾਦਨ ਨੀਕਾ, ਅਨਾਜ ਮੰਗਾਓ 7 ਸੀਕਾ। 7 ਵਾਰ ਜਿਹੜਾ ਖੇਤ ਵਾਇਆ ਹੋਵੇ ਉਹਦਾ ਅਨਾਜ ਮੈਨੂੰ ਕਿਰਪਾ ਕਰਕੇ ਦੇ। ਫਿਰ ਗਊ ਭੈਂਸ ਮੰਗੋ ਲਾਵੇਰੀ, ਇੱਕ ਗਾਂ ਸੋਹਣੀ ਲਵੇਰੀ ਹੋਵੇ। ਇੱਕ ਤਾਜਨ ਤੁਰੀ ਚੰਗੇਰੀ, ਚੰਗੀ ਘੋੜੀ। ਤੇਰਾ ਭਗਤ ਘੋੜੀ ਤੇ ਬੈਠ ਕੇ ਖੇਤਾਂ ਤੋਂ ਨਗਰ ਵੱਲ ਜਾਵੇ ਤੇ ਲੋਕ ਦੇਖ ਕੇ ਕਹਿਣ ਕਿ ਰੱਬ ਦਾ ਭਗਤ ਜਾ ਰਿਹਾ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਲੜਾਈ ਝਗੜੇ ਵਾਲੀ ਨਾ ਹੋਵੇ। ਮੈਂ ਬਹਿ ਕੇ ਭਗਤੀ ਕਰਾਂ ਤੇ ਉਹ ਵੀ ਭਗਤੀ ਕਰੇ, ਉਹ ਵੀ ਸਿਮਰਨ ਕਰੇ,
ਉਹ ਔਰਤ ਮੈਨੂੰ ਦਹੀਂ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇਹ ਭਗਤ ਧੰਨਾ ਜੀ ਦੇ ਆਪਾਂ 3 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ, ਦਰਸ਼ਨ ਕਰਦੇ ਹਾਂ। ਸਾਧ ਸੰਗਤ, ਭਾਵੇਂ ਰੱਬ ਦੀ ਭਗਤੀ ਦੇ ਟਿਕਾਣੇ ਲੋਕਾਂ ਨੇ ਬਣਾਏ ਨੇ, ਇਸਲਾਮ ਘਰਾਣੇ ਦਾ ਵੱਖਰਾ ਹੈ, ਸਾਡੇ ਅਸਥਾਨ ਵੱਖਰੇ ਨੇ, ਹਿੰਦੂ ਧਰਮ ਦੇ ਵੱਖਰੇ, ਬੋਧੀਆਂ ਦੇ, ਜੈਨੀਆਂ ਦੇ ਵੱਖਰੇ, ਪਰ ਭਗਤ ਧੰਨਾ ਜੀ ਦਾ ਸਥਾਨ ਜਿੱਥੇ ਉਹ ਖੇਤਾਂ ਵਿੱਚ ਬਹਿ ਕੇ ਭਗਤੀ ਕਰਦੇ ਸਨ। ਜਿਹਨੇ ਰੱਬ ਨੂੰ ਪਾਉਣਾ ਉਹ ਖੇਤਾਂ ਵਿੱਚ ਬਹਿ ਕੇ ਤੂੰ ਕਰਦਾ ਹੋਇਆ ਉਹਦੀ ਪ੍ਰਾਪਤੀ ਕਰ ਗਿਆ। ਮਹਾਰਾਜ ਨੇ ਇਹ ਦੱਸ ਦਿੱਤਾ। ਭਗਤ ਧੰਨਾ ਜੀ ਦਾ ਜੀਵਨ ਇਹ ਦੱਸਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਹਰੀ ਵਾਹਿਗੁਰੂ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵੱਸਦਾ ਅਤੇ ਸਾਰੀਆਂ ਥਾਵਾਂ ਵਿੱਚ ਵੱਸਦਾ। ਬਸ ਉਹਦੀ ਪ੍ਰਾਪਤੀ ਕਰਨ ਵਾਲੀ ਨੀਅਤ ਹੋਣੀ ਚਾਹੀਦੀ, ਉਹ ਨਿਗਾਹ ਹੋਣੀ ਚਾਹੀਦੀ ਹੈ। ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਨੇ। ਸਤਿਗੁਰਾਂ ਦੇ ਕੋਲ ਸਾਰੇ ਅੰਮ੍ਰਿਤਸਰ ਦੇ ਵਪਾਰੀ ਚੱਲ ਕੇ ਆਏ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਬਚਨ ਮੰਨ ਕੇ ਅਸੀਂ ਇੱਥੇ ਦੁਕਾਨਾਂ ਖੋਲ੍ਹੀਆਂ ਨੇ, ਪਰ ਕੁਝ ਦਿਨ ਐਸੇ ਵੀ ਆਉਂਦੇ ਨੇ ਕਿ ਬਹੁਤ ਘੱਟ ਵਪਾਰ ਹੁੰਦਾ ਹੈ, ਅਤੇ ਫਿਰ ਵਪਾਰ ਘੱਟ ਹੋਵੇਗਾ, ਸਾਡੇ ਘਰ ਦੇ ਗੁਜ਼ਾਰੇ ਕਿਸ ਤਰ੍ਹਾਂ ਚੱਲਣਗੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਰਨ ਆਇਆ ਉਪਦੇਸ਼ ਦਿੱਤਾ। ਗੁਰਦੇਵ ਕਹਿੰਦੇ ਕਿ ਅੰਮ੍ਰਿਤ ਵੇਲੇ ਉੱਠਦੇ ਹੋ ਜਦੋਂ, ਪਹਿਲਾਂ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਦਰਸ਼ਨ ਕਰੋ, ਯਥਾ ਸ਼ਕਤ ਜੋ ਵੀ ਭੇਟਾਂ ਰੱਖਣੀਆਂ ਉਹ ਰੱਖੋ, ਅਤੇ ਫਿਰ ਜਾ ਕੇ ਆਪਣੀਆਂ ਦੁਕਾਨਾਂ ਖੋਲ੍ਹੋ, ਕਾਰੋਬਾਰ ਆਰੰਭ ਕਰੋ, ਸਾਰਾ ਦਿਨ ਵਪਾਰ ਕਰੋ। ਸੰਧਿਆ ਸਮੇਂ ਫਿਰ ਤੁਸੀਂ ਇੱਥੇ ਆਓ, ਸਰੋਵਰ ਦੀਆਂ ਵੱਡੀਆਂ ਪਰਿਕਰਮਾ ਕਰੋ, ਇੱਥੇ ਆ ਕੇ ਹਾਜ਼ਰੀਆਂ ਲਵਾਓ, ਤੁਹਾਡੇ ਕਾਰੋਬਾਰ ਸੋਹਣੇ ਚੱਲਣਗੇ, ਪੁੱਤਰ ਪੋਤਰਿਆਂ ਤੱਕ ਤੁਸੀਂ ਇਸੇ ਤਰ੍ਹਾਂ ਫਲੋਗੇ। ਮਹਾਰਾਜ ਜੀ ਦਾ ਬਚਨ ਮੰਨ ਕੇ ਇਸੇ ਤਰ੍ਹਾਂ ਵਪਾਰੀਆਂ ਨੇ ਕੀਤਾ ਹੈ। ਸੋ ਆਪਾਂ ਸਰਵਣ ਕੀਤਾ ਹੈ ਕਿ ਫਿਰ ਵਪਾਰਾਂ ਦੇ ਵਿੱਚ ਬਹੁਤ ਵਾਧਾ ਹੋਇਆ, ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਇਹਨਾਂ ਨੇ ਕੀਤੀ ਹੈ। ਸਾਧ ਸੰਗਤ, ਇਹ ਪ੍ਰਸੰਗ ਆਪਾਂ ਪਿਛਲੇ ਦਿਨਾਂ ਵਿੱਚ ਕੱਲ੍ਹ ਸਰਵਣ ਕੀਤਾ ਸੀ। ਆਓ ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਗੁਰੂ ਹਰਗੋਬਿੰਦ ਜੀ ਖੇਲਤ ਲਰਕਣ ਸੰਗ। ਸ੍ਰੀ ਹਰਗੋਬਿੰਦ ਸਾਹਿਬ ਜੀ ਬਾਲ ਅਵਸਥਾ ਦੇ ਵਿੱਚ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਨਾਲ ਹੀ ਸਤਿਗੁਰੂ ਜੀ ਦੇ ਅਸਥਾਨ ਨੇ ਗੁਰੂ ਕੇ ਮਹਿਲ, ਕਿਉਂਕਿ ਇੱਧਰ ਪਾਵਨ ਸਰੋਵਰ ਸਤਿਗੁਰਾਂ ਨੇ ਰਚਿਆ। ਆਈਆਂ ਸੰਗਤਾਂ ਨੂੰ ਸਤਿਗੁਰੂ ਇੱਥੇ ਬਿਰਾਜਮਾਨ ਹੋ ਕੇ ਉਪਦੇਸ਼ ਦਿੰਦੇ ਨੇ। ਨਾਲ ਹੀ ਸਤਿਗੁਰੂ ਜੀ ਦੇ ਗ੍ਰਹਿ ਹਨ ਗੁਰੂ ਕੇ ਮਹਿਲ ਦੇ ਵਿੱਚ। ਇਸੇ ਤਰ੍ਹਾਂ ਪੁਰਾਤਨ ਸਮੇਂ ਵੀ ਬਾਜ਼ਾਰ ਸੀ, ਜਿਹੜਾ ਅੱਜ ਆਪਾਂ ਬਾਜ਼ਾਰ ਦੇਖਦੇ ਹਾਂ। ਸ੍ਰੀ ਹਰਗੋਬਿੰਦ ਸਾਹਿਬ ਜੀ ਬਾਲ ਚੋਜ ਕਰਦੇ ਨੇ, ਬਾਲਕਾਂ ਦੇ ਨਾਲ ਸਤਿਗੁਰੂ ਜੀ ਖੇਡਦੇ ਹਨ। ਅਜਰ ਬਿਹਾਰਤ ਦੌੜਤੀ ਦੇਖਤ ਜਨਨੀ ਗੰਗ। ਵਿਹੜੇ ਵਿੱਚ ਵਿਚਰਦੇ ਨੇ, ਦੌੜਦੇ ਨੇ, ਬਾਲਕਾਂ ਦੇ ਨਾਲ ਖੇਡਦੇ ਨੇ। ਜਿਸ ਤਰ੍ਹਾਂ ਛੋਟੇ ਬੱਚੇ ਖੇਡਾਂ ਖੇਡਦੇ ਨੇ, ਅਤੇ ਜਦੋਂ ਛੋਟਾ ਬੱਚਾ ਬਾਲਕ ਘਰ ਦੇ ਵਿੱਚ ਵਿਹੜੇ ਵਿੱਚ ਖੇਡੇ ਤੇ ਮਾਂ ਦੇਖ ਕੇ ਬਲਿਹਾਰ ਜਾਂਦੀ। ਪੁੱਤਰ ਦੀ ਖੁਸ਼ੀ ਦੇਖ ਕੇ, ਪੁੱਤਰ ਦੀਆਂ ਖੇਡਾਂ ਦੇਖ ਕੇ ਉਹ ਬਲਿਹਾਰ ਜਾਂਦੀ ਹੈ। ਇਸੇ ਤਰ੍ਹਾਂ ਮਾਤਾ ਗੰਗਾ ਜੀ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਦੇਖ ਕਰਕੇ ਬੜੇ ਪ੍ਰਸੰਨ ਹੁੰਦੇ ਹਨ। ਤੋਟਕ ਛੰਦ ਤਨ ਭੂਖਣ ਚਾਰ ਅਦੋਖਣ ਕੀ। ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸੁੰਦਰ ਸਰੀਰ ਦੇ ਉੱਤੇ ਸੋਹਣੇ ਗਹਿਣੇ ਮਾਤਾ ਜੀ ਨੇ ਘੜ ਕੇ ਪਾਏ ਨੇ। ਸਾਧ ਸੰਗਤ, ਕੁਝ ਜ਼ਿਕਰ ਆਉਂਦਾ ਹੈ ਗੁਰੂ ਕਾਲ ਸਮੇਂ ਜਿਹੜੇ ਅੰਗ ਛੇਦਨ ਤੋਂ ਬਿਨਾਂ ਗਹਿਣੇ ਸਨ ਉਹ ਬਾਲਾਂ ਨੂੰ ਧਾਰਨ ਕੀਤੇ ਜਾਂਦੇ। ਸੋ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸੁੰਦਰ ਸਰੀਰ ਦੇ ਉੱਤੇ ਸੋਹਣੇ ਗਹਿਣੇ ਘੜ ਕੇ ਮਾਤਾ ਜੀ ਨੇ ਪਾਏ ਨੇ, ਜੋ ਅਦੁੱਖਨ ਕੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨਾਸ਼ ਹੁੰਦੇ ਹਨ। ਵਿਘਨਾਸ਼ਕ ਬ੍ਰਿੰਦ ਕੁਲੋਖਣ ਕੀ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਕੁਲੂਖਨ ਨਾਮ ਪਾਪਾਂ ਦਾ ਹੈ
ਪਾਪ ਨਾਸ਼ ਹੁੰਦੇ ਹਨ। ਸੁਖਦੇਤ ਮਹਾਸਿਖ ਦਾਸਨ ਕੋ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ, ਦਾਸਾਂ ਨੂੰ ਬਹੁਤਾ ਸੁੱਖ ਦਿੰਦੇ ਹਨ। ਰਹਿ ਸੰਗ ਅਗਿਆਨ ਵਿਨਾਸ਼ਨ ਕੋ ਜਿਹੜੇ ਗੁਰੂ ਦੇ ਕੋਲ ਰਹਿੰਦੇ ਨੇ ਉਹਨਾਂ ਦਾ ਗਿਆਨ ਨਾਸ਼ ਹੁੰਦਾ ਏ। ਸਾਧ ਸੰਗਤ ਅਗਿਆਨ ਵੀ ਉਹਨਾਂ ਦਾ ਨਾਸ਼ ਹੁੰਦਾ ਏ ਜਿਹੜੇ ਮਨ ਕਰਕੇ ਗੁਰੂ ਦੇ ਕੋਲ ਰਹਿੰਦੇ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਹੈ ਗੁਰੂ ਦੇ ਕੋਲ ਰਹਿਣਾ। ਇਉਂ ਕਈ ਤਾਂ ਵਪਾਰ ਕਰਨ ਵਾਸਤੇ ਵੀ ਕੋਲ ਰਹਿੰਦੇ ਨੇ ਅਤੇ ਕਈ ਤਾਂ ਲੰਗਰ ਪ੍ਰਸ਼ਾਦ ਛਕਣ ਵਾਸਤੇ ਵੀ ਸਾਡੇ ਵਾਂਗੂ ਕੋਲ ਰਹਿੰਦੇ ਨੇ। ਪਰ ਗੁਰਦੇਵ ਕਹਿੰਦੇ ਨੇ ਗੁਰੂ ਦੇ ਕੋਲ ਰਹਿਣਾ ਹੈ ਕੀ? ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਣਾ, ਉਹ ਸਿੱਖਿਆ ਦੀ ਕਮਾਈ ਕਰਨੀ, ਇਹ ਹੈ ਗੁਰੂ ਦੇ ਕੋਲ ਰਹਿਣਾ। ਕਈ ਵਾਰੀ ਸਰੀਰ ਕਰਕੇ ਦੂਰ ਵੀ ਜਾਣਾ ਪੈ ਜਾਂਦਾ ਹੈ, ਪਰ ਮਨ ਗੁਰੂ ਦੇ ਕੋਲ ਰਹਿਣਾ, ਉਹਦੀ ਆਗਿਆ ਵਿੱਚ ਆਪਣੇ ਮਨ ਨੂੰ ਰੱਖਣਾ। ਜਿਸ ਤਰ੍ਹਾਂ ਭਾਈ ਭਾਣਾ ਜੀ ਨੇ ਬਾਬਾ ਲਹਿਣਾ ਜੀ ਨੂੰ ਕਿਹਾ ਸੀ ਨਾ ਕਿ ਮੈਂ ਇੱਕ ਖੰਡ ਦੀ ਮੁੱਠ ਵੀ ਵੱਧ ਨਹੀਂ ਲੈਣੀ, ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਇਹ ਹੈ ਹਮੇਸ਼ਾ ਗੁਰੂ ਨੂੰ ਆਪਣੇ ਕੋਲ ਰੱਖਣਾ, ਗੁਰੂ ਦੇ ਅੰਗ ਸੰਗ ਰਹਿਣਾ, ਭਾਵ ਗੁਰੂ ਦੇ ਸ਼ੁਭ ਉਪਦੇਸ਼ ਦੀ ਕਮਾਈ ਕਰਨੀ। ਸੋ ਇਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ ਨੇ, ਅਗਿਆਨ ਵਿਨਾਸ਼ਨ ਕੋ, ਉਹਨਾਂ ਦੇ ਅੰਦਰੋਂ ਅਗਿਆਨ ਨਾਸ਼ ਹੁੰਦਾ ਹੈ। ਇਸ ਲਈ ਸਤਿਗੁਰਾਂ ਨੇ ਸਾਨੂੰ ਸੰਗਤ ਕਰਨ ਦਾ ਹੁਕਮ ਕੀਤਾ ਹੈ, ਕਿਉਂਕਿ ਜੇ ਦੂਰ ਜਾਵਾਂਗੇ ਤੇ ਫਿਰ ਮਾਇਆ ਦਾ ਪ੍ਰਭਾਵ ਪੈਣ ਕਰਕੇ ਮਨ ਮਲੀਨ ਹੁੰਦਾ ਜਾਂਦਾ ਹੈ। ਮਨ ਤਾਂ ਪਹਿਲਾਂ ਹੀ ਬੜਾ ਮਲੀਨ ਹੈ। ਗੁਰਦੇਵ ਦੇ ਪਾਵਨ ਬਚਨ ਪੜ੍ਹਦੇ ਹਾਂ, ਜਨਮ ਜਨਮ ਕੀ ਸਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਮਲ ਮਲੀਨ ਹੋਣ ਕਰਕੇ ਇਹ ਦੂਰੀ ਬਣਾਉਂਦਾ ਹੀ ਜਾਂਦਾ ਹੈ। ਫਿਰ ਕਿਤੇ ਸਮਾਂ ਕੱਢ ਕੇ ਸੰਗਤ 'ਚ ਆ ਵੀ ਜਾਈਏ ਤੇ ਬੈਠਾ ਨਹੀਂ ਜਾਂਦਾ। ਕਾਰਨ ਕਿਉਂਕਿ ਮਨ ਮਲੀਨ ਹੈ। ਪਰ ਜਿਉਂ-ਜਿਉਂ ਸੰਗਤ ਕਰਾਂਗੇ ਤਿਉਂ-ਤਿਉਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਘਰ ਕਰਦਾ ਹੈ, ਮਨ ਦੀ ਮਨੀਲਤਾ ਦੂਰ ਹੁੰਦੀ ਹੈ। ਫਿਰ ਮਨ ਜਾਗੈ ਕਿ ਇਹ ਨਿਸ਼ਾਨੀ, ਮਿੱਠੀ ਲਾਗੈ ਪ੍ਰੇ ਕੀ ਬਾਣੀ। ਗੁਰੂ ਦਾ ਉਪਦੇਸ਼ ਮਿੱਠਾ ਲੱਗਣ ਲੱਗ ਪੈਂਦਾ ਹੈ ਜਦੋਂ ਸੁੱਤਾ ਮਨ ਜਾਗ ਪਵੇ। ਫਿਰ ਗੁਰੂ ਤੋਂ ਦੂਰ ਰਿਹਾ ਹੀ ਨਹੀਂ ਜਾਂਦਾ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਜਿਹੜੇ ਪ੍ਰੇਮੀ ਸਤਸੰਗੀ ਜਨ ਨੇ ਨਾ, ਉਹ ਫਿਰ ਸੰਗਤ ਵਿੱਚ ਨਾ ਜਾਇਆ ਜਾਵੇ ਤੇ ਫਿਰ ਕਹਿੰਦੇ ਨੇ ਕਿ ਅੱਜ ਸਾਨੂੰ ਬਹੁਤ ਵੱਡਾ ਘਾਟਾ ਪੈ ਗਿਆ। ਇਉਂ ਜਿਹੜੇ ਗੁਰੂ ਸਾਹਿਬ ਦੇ ਕੋਲ ਰਹਿੰਦੇ ਨੇ, ਉਹਨਾਂ ਦੇ ਅੰਦਰੋਂ ਗੁਰੂ ਸਾਹਿਬ ਜੀ ਅਗਿਆਨਤਾ ਦਾ ਹਨੇਰਾ ਦੂਰ ਕਰਦੇ ਹਨ। ਦਰਸੰਤ ਭਲੇ ਪ੍ਰਸੰਤ ਪਗੰ, ਪ੍ਰਸੰਨ ਹੋ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਰਸਦੇ ਹਨ। ਸਿੱਖ ਜਿਹੜੇ ਹਨ ਦਰਸੰਤ ਭਲੇ, ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਰਸਦੇ ਹਨ, ਦਰਸ਼ਨ ਕਰਦੇ ਹਨ। ਹਰ ਖੰਤ ਹਿਰਦੈ ਹਰ ਪੰਥ ਲਗੰ, ਬੜੇ ਪ੍ਰਸੰਨ ਹੋ ਕੇ ਹਰ ਪੰਥ ਲਗੰ। ਗੁਰੂ ਸਾਹਿਬ ਉਪਦੇਸ਼ ਕੀ ਦਿੰਦੇ ਨੇ? ਹਰੀ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰਾਪਤੀ ਦੇ ਸਾਨੂੰ ਰਸਤੇ ਤੇ ਤੋਰਦੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਫਿਰ ਵੱਡਿਆਂ ਭਾਗਾਂ ਦੇ ਨਾਲ ਤਾਂ ਗੁਰੂ ਦੀ ਨੇੜਤਾ ਮਿਲਦੀ। ਗੁਰੂ ਦੇ ਨੇੜੇ ਆ ਕੇ ਕੀ ਮਿਲਦਾ ਹੈ? ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ, ਕਿਹੜਾ ਭੁੱਲੇ ਮਾਰਗ ਜਿਨਹੇ ਬਤਾਇਆ। ਉਹਦੀ ਪ੍ਰਾਪਤੀ ਦਾ ਮਾਰਗ ਭੁੱਲੇ ਬੈਠੇ ਸੀ, ਹੋਰ ਕੰਮਾਂ ਦੇ ਵਿੱਚ ਸਮਾਂ ਬਤੀਤ ਕੀਤਾ, ਪਰ ਸਾਨੂੰ ਸਾਡੇ ਗੁਰੂ ਨੇ ਉਪਦੇਸ਼ ਦਿੱਤਾ, ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਫਿਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਦੀ ਰਸਤੇ ਦੀ ਜਿਹੜੀ ਸੀ ਸੋਝੀ ਗੁਰਾਂ ਨੇ ਦਿੱਤੀ ਹੈ। ਫਲ ਦੇਖਣ ਕੋ ਬੜ ਪਾਵਤ ਹੈ, ਫਲ ਦੇਖਣ ਕੋ ਬੜ ਪਾਵਤ ਹੈ। ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ ਭਾਰੀ ਫਲ ਦੀ ਪ੍ਰਾਪਤੀ ਹੁੰਦੀ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਭਾਰੀ ਫਲ ਪ੍ਰਾਪਤ ਹੁੰਦੇ ਹਨ। ਤਜ ਬ੍ਰਿੰਦ ਵਿਕਾਰ ਸੁਹਾਵਤ ਹੈ, ਫਿਰ ਜਿਹੜੇ ਵਿਕਾਰ ਹਨ ਉਹਨਾਂ ਦਾ ਜੀਵ ਤਿਆਗ ਕਰਦਾ ਹੈ। ਕਦੋਂ ਤਿਆਗ ਕਰਦਾ ਹੈ? ਨਹੀਂ ਤਾਂ ਜਿੰਨਾ ਚਿਰ ਕੋਲ ਨਹੀਂ ਸੀ ਆਏ, ਉਪਦੇਸ਼ ਨਹੀਂ ਸੀ ਸੁਣਨ ਬੈਠੇ, ਉਹਨਾਂ ਚਿਰ ਤਾਂ ਵਿਕਾਰ ਮਿੱਠੇ ਲੱਗਦੇ ਸਨ। ਉਹਨਾਂ ਚਿਰ ਤਾਂ ਇਹੋ ਹੀ ਮਨੋਂ ਕਹਿ ਰਿਹਾ ਸੀ, ਇਹ ਜੱਗ ਮਿੱਠਾ ਅੱਗੇ ਕਿੰਨਾ ਡਿੱਠਾ। ਪਰ ਗੁਰੂ ਸਾਹਿਬ ਦੇ ਕੋਲ ਆ ਕੇ ਸਾਨੂੰ ਪਤਾ ਲੱਗਾ, ਹੈ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਮਾਵਣੇ, ਕਿ ਜਿਹੜਾ ਕਾਮ ਹੈ ਨਰਕਾਂ ਦੇ ਵਿੱਚ ਖੜਨ ਵਾਲਾ ਹੈ, ਜੂਨਾਂ ਵਿੱਚ ਲਿਜਾਣ ਵਾਲਾ ਹੈ। ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ ਹਉਮੈ ਹੈ। ਇਉਂ ਗੁਰੂ ਸਾਹਿਬ ਦੀ ਨੇੜਤਾ ਦੇ ਨਾਲ ਸਾਨੂੰ ਪਤਾ ਲੱਗਾ ਕਿ ਵਿਕਾਰ ਜਿਹੜੇ ਨੇ ਉਹ ਜ਼ਹਿਰ ਦੀ ਨਿਆਈ ਨੇ। ਫਿਰ ਤਜ ਬ੍ਰਿੰਦ ਵਿਕਾਰ, ਜਦੋਂ ਵਿਕਾਰਾਂ ਦਾ ਤਿਆਗ ਕੀਤਾ, ਫਿਰ ਇਹ ਦੇਹ ਸੁਹਾਵਤ ਹੈ, ਇਹ ਦੇਹ ਫਿਰ ਸ਼ੋਭਨੀਕ ਹੋਈ। ਉਂਝ ਤਾਂ ਅਗਿਆਨੀ ਬੰਦਾ ਦੇਹ ਦੀ ਸਜਾਵਟ ਕਰਕੇ ਦਿਖਾਉਂਦਾ ਹੈ ਕਿ ਮੈਂ ਬੜਾ ਸੋਹਣਾ, ਪਰ ਗੁਰੂ ਨੂੰ ਕੌਣ ਸੁਹਾਵਤ ਹੈ? ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜੇ ਗੁਰੂ ਦੇ ਕੋਲ ਆ ਕੇ ਮਨ ਕਰਕੇ ਹਾਜ਼ਰੀਆਂ ਲਵਾਉਂਦੇ ਨੇ, ਉਹ ਗੁਰੂ ਨੂੰ ਬੜੇ ਸੋਹਣੇ ਲੱਗਦੇ।
ਇਸ ਲਈ ਜਿਹੜੇ ਵਿਕਾਰਾਂ ਦਾ ਤਿਆਗ ਕਰ ਦਿੰਦੇ ਨੇ ਉਹ ਤਾਂ ਫਿਰ ਸੋਹਣੇ ਹੈ ਹੀ ਨੇ। ਪਰ ਸੋਹਣੇ ਕੌਣ ਨੇ? ਹੁਣ ਬੜਾ ਸਰੀਰ ਦੀ ਸਜਾਵਟ ਸੀ, ਪਰ ਕਿਸੇ ਵਿਕਾਰ ਕਰਕੇ ਮੱਥੇ ਤੇ ਕਲੰਕ ਲੱਗ ਗਿਆ। ਹੈ ਤੇ ਬੜਾ ਸੋਹਣਾ, ਪਰ ਕੋਈ ਦੇਖਣਾ ਉਹਨੂੰ ਚਾਹੁੰਦਾ ਨਹੀਂ। ਕਿਉਂ? ਕਿਉਂਕਿ ਇਹ ਵਿਕਾਰੀ ਸੀ, ਇਹਦੇ ਮੱਥੇ ਤੇ ਕਲੰਕ ਲੱਗਾ ਹੈ। ਪਰ ਜਿਹੜੇ ਮਹਾਰਾਜ ਦੇ ਪਾਵਨ ਬਚਨ ਪੜ੍ਹਦੇ ਆ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਭਿੱਜ ਗਿਆ। ਭਗਤ ਧੰਨਾ ਜੀ ਸਿੱਧੇ ਸਾਦੇ ਸੁਭਾਅ ਵਾਲੇ, ਜ਼ਿਮੀਂਦਾਰੇ ਦਾ ਕਿੱਤਾ ਕਰਨ ਵਾਲੇ ਸਨ। ਨਹੀਂ ਸੀ ਕੋਈ ਨਗਰ ਵਿੱਚ ਜਾਣਦਾ ਹੋਊ, ਪਰ ਅੱਜ ਭਗਤ ਧੰਨਾ ਜੀ ਨੂੰ ਸਾਰੀ ਦੁਨੀਆ ਜਾਣ ਰਹੀ। ਸਾਰਾ ਸੰਸਾਰ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਰਿਹਾ। ਕਿਉਂ? ਕਿਉਂਕਿ ਪਰਮਾਤਮਾ ਨੂੰ ਸੁਹਾਵਤ ਹੈ। ਜਿਨ੍ਹਾਂ ਨੇ ਵਿਕਾਰਾਂ ਦਾ ਤਿਆਗ ਕਰ ਦਿੱਤਾ, ਉਹ ਅਕਾਲ ਪੁਰਖ ਨੂੰ ਬੜੇ ਸੁਹਾਵਤ ਸੋਹਣੇ ਲੱਗਦੇ ਹਨ। ਕਿਮਕੇਤਕ ਦਿਓਸ ਬਤੀਤ ਗਏ, ਇਸ ਤਰ੍ਹਾਂ ਕੁਝ ਦਿਨ ਬਤੀਤ ਹੋਏ ਹਨ। ਬੜ ਡੀਲ ਸਰੀਰ ਸੁਹੋਤ ਭਏ, ਸਤਿਗੁਰੂ ਜੀ ਦਾ ਸਰੀਰ ਜਿਹੜਾ ਸੀ ਡੀਲ ਡੋਲ ਬਹੁਤ ਵਧਿਆ ਹੈ। ਤਨ ਧਾਰਨ ਕੋਜਨ ਸਵਾਂਗ ਲਿਓ, ਪਰ ਜਿਨ੍ਹਾਂ ਨੇ ਤਨ ਧਾਰ ਸਵਾਂਗ ਲਿਓ, ਜਿਨ੍ਹਾਂ ਨੇ ਸੰਸਾਰ ਵਿੱਚ ਤਨ ਧਾਰਿਆ ਹੈ, ਕੇਵਲ ਇੱਕ ਸਵਾਂਗ ਹੀ ਰਚਿਆ ਹੈ। ਅੱਜ ਇਸ ਤਰ੍ਹਾਂ ਕੋਈ ਖੇਡਾਂ ਖੇਡਣ ਵਾਲੇ ਆਉਂਦੇ ਨੇ ਨਾ, ਤੇ ਕਈ ਤਰ੍ਹਾਂ ਦੇ ਸਵਾਂਗ ਰਚਦੇ ਨੇ। ਆਮ ਬੰਦਾ ਵੇਖ ਕੇ ਭਰਮ ਜਾਂਦਾ ਹੈ ਕਿ ਫਲਾਣੀ ਇਹ ਫਲਾਣਾ ਹੈ, ਆ ਫਲਾਣਾ ਹੈ। ਪਰ ਜਿਹੜੇ ਨੇੜੇ ਰਹਿਣ ਵਾਲੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨੇ ਕੇਵਲ ਤਨ ਤੇ ਪੋਸ਼ਾਕ ਪਾਈ ਹੈ ਤੇ ਸਵਾਂਗ ਹੀ ਰਚਿਆ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਨੁੱਖਾ ਦੇਹੀ ਧਾਰਨ ਕੀਤੀ, ਪੰਜਾਂ ਤੱਤਾਂ ਦਾ ਦੇਹ ਧਾਰਨ ਕਰਕੇ ਸੰਸਾਰ 'ਚ ਆਏ। ਹੈ ਤਾਂ ਉਹ ਜੋਤ ਪਰਮਾਤਮਾ ਦੀ। ਹੁਣ ਜੇ ਪੰਜਾਂ ਤੱਤਾਂ ਦੀ ਦੇਹੀ ਵਿੱਚ ਆਏ ਸਾਡੇ ਵਰਗੇ ਮਨੁੱਖਾਂ ਨੂੰ ਸਮਝਾਉਣ ਵਾਸਤੇ, ਪਰ ਜੇ ਇਸੇ ਤਰ੍ਹਾਂ ਸੰਸਾਰ 'ਚ ਆ ਕੇ ਸਮਝਾ ਕੇ ਜਾਂਦੇ ਤੇ ਅਸੀਂ ਇਹ ਕਹਿਣਾ ਸੀ ਕਿ ਸੰਸਾਰ ਵਿੱਚ ਪਤਾ ਕਿੰਨੇ ਦੁੱਖ ਨੇ, ਤੇ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤੇ ਫਿਰ ਰੱਬ ਦੀ ਭਗਤੀ ਵਿਸਰ ਜਾਂਦੀ। ਫਿਰ ਬੰਦਾ ਥਾਂ ਥਾਂ ਤੇ ਭਟਕਣ ਲਈ ਮਜਬੂਰ ਹੋ ਜਾਂਦਾ ਹੈ। ਕਦੋਂ? ਜਦੋਂ ਦੁੱਖ ਆਉਂਦੇ ਨੇ। ਪਰ ਗੁਰੂ ਸਾਹਿਬਾਨਾਂ ਨੇ ਆਪਣੇ ਤਨ ਦੇ ਉੱਤੇ ਹਰ ਤਰ੍ਹਾਂ ਦਾ ਦੁੱਖ ਜਿਹੜਾ ਸੀ ਉਹ ਲਿਆ ਕੇ ਦੱਸਿਆ। ਹਰ ਤਰ੍ਹਾਂ ਦਾ ਦੁੱਖ ਹੰਢਾਇਆ। ਇਹ ਦੱਸਿਆ ਕਿ ਜਿੱਦਾਂ ਦਾ ਵੀ ਸਮਾਂ ਆਵੇ, ਜਿਹੜਾ ਅਕਾਲ ਪੁਰਖ ਦਾ ਭਗਤ ਹੈ ਉਹ ਟੇਕ ਕੇਵਲ ਪਰਮੇਸ਼ਰ ਦੀ ਲੈਂਦਾ ਹੈ। ਕਹਿਣਾ ਬਹੁਤ ਸੌਖਾ ਹੈ, ਪਰ ਜਿਹੜੇ ਅਡੋਲ ਭਰੋਸੇ ਵਾਲੇ ਨੇ ਨਾ, ਉਹਨਾਂ ਦੇ ਸਰੀਰ ਦੇ ਉੱਤੇ ਭਾਵੇਂ ਕਿੰਨੇ ਵੀ ਦੁੱਖ ਆਉਣ, ਉਹ ਇੱਕ ਹਰੀ ਦਾ ਪਰਮਾਤਮਾ ਦਾ ਦਰ ਛੱਡ ਕੇ ਥਾਂ ਥਾਂ ਤੇ ਨਹੀਂ ਜੇ ਭਟਕਦੇ। ਇਸ ਲਈ ਗੁਰੂ ਸਾਹਿਬਾਨਾਂ ਦੇ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਫਿਰ ਕੱਲੀ ਕੱਲੀ ਘਟਨਾ ਸਾਡੇ ਸਾਹਮਣੇ ਆਉਂਦੀ ਹੈ। ਜਦੋਂ ਸਾਨੂੰ ਸੰਸਾਰ ਵਿੱਚ ਵਿਚਰਦਿਆਂ ਕੋਈ ਦੁੱਖਾਂ ਦਾ ਸਾਹਮਣਾ ਕਰਨਾ ਪਵੇ, ਫਿਰ ਸਾਡੇ ਲਈ ਗੁਰੂ ਦਾ ਇਤਿਹਾਸ ਇੱਕ ਮਲਮ ਦਾ ਕੰਮ ਕਰਦਾ ਹੈ ਕਿ ਗੁਰੂ ਸਾਹਿਬਾਨਾਂ ਦੇ ਤਨ ਦੇ ਉੱਤੇ ਵੀ ਇੰਨੇ ਉਹਨਾਂ ਨੇ ਦੁੱਖ ਜਿਹੜੇ ਨੇ ਉਹ ਸਹਾਰੇ ਹਨ। ਪਰ ਫਿਰ ਵੀ ਸਾਨੂੰ ਪਰਮੇਸ਼ਰ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਹੈ। ਤੂੰ ਇੱਕ ਅਕਾਲ ਪੁਰਖ ਦੀ ਟੇਕ ਲਈ। ਇਹ ਵਿਚਾਰ ਅੱਗੇ ਆ ਰਹੀ ਹੈ। ਸਤਿਗੁਰੂ ਜੀ ਨੇ ਪੰਜਾਂ ਤੱਤਾਂ ਦੀ ਦੇਹੀ ਧਾਰੀ। ਹੈ ਤਾਂ ਉਹ ਪਰਮੇਸ਼ਰ ਸਰੂਪ ਨੇ, ਪਰ ਮਨੁੱਖਾਂ ਵਾਲੀ ਦੇਹ ਧਾਰ ਕੇ ਸੰਸਾਰ ਚਾਹੇ ਸਾਡੇ ਭਲੇ ਵਾਸਤੇ ਕੇਵਲ ਇੱਕ ਸਵਾਂਗ ਰਚਿਆ ਹੈ। ਨਿਰਬਾਹਤ ਤੈਸੀ ਰੀਤ ਕੀਓ, ਉਸੇ ਤਰ੍ਹਾਂ ਨਿਰਵਾਹ ਕਰਦੇ ਨੇ ਜਿਸ ਤਰ੍ਹਾਂ ਆਮ ਮਨੁੱਖ ਵਿਚਰਦੇ ਨੇ। ਪਰ ਸਾਧ ਸੰਗਤ ਜਿਹੜੇ ਨੇੜੇ ਰਹਿਣ ਵਾਲੇ ਨੇ ਨਾ, ਉਹ ਪਛਾਣ ਜਾਂਦੇ ਨੇ। ਪਛਾਣ ਗਏ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹ ਦ੍ਰਿਸ਼ਟੀ ਦਿੱਤੀ ਸੀ। ਪਛਾਣ ਲਿਆ। ਭਗਤ ਨਾਮਦੇਵ ਜੀ ਨੇ 72 ਵਾਰ ਪ੍ਰਤੱਖ ਦਰਸ਼ਨ ਕੀਤੇ। ਜੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਪਛਾਣਨ ਵਾਲਿਆਂ ਨੇ ਤੇ ਦਿਓ ਵਿੱਚੋਂ ਵੀ ਪਛਾਣ ਲਿਆ। ਬ੍ਰਾਹਮਣਾਂ ਨੇ ਕੀਤਾ ਤੇ ਇਹ ਇਹਨਾਂ ਦੇ ਨਾਲ ਧੋਖਾ ਹੀ ਸੀ। ਇੱਕ ਬਰਤਨ ਦੇ ਕੇ ਕਹਿੰਦੇ ਜਾ ਖੂਹ ਤੋਂ ਪਾਣੀ ਭਰ ਲਿਆ, ਪਤਾ ਉੱਥੇ ਦਿਓ ਆਉਂਦਾ ਹੈ, ਹਰ ਰੋਜ਼ ਮੰਦਰ ਵਿੱਚ ਆ ਕੇ ਬੈਠ ਜਾਂਦਾ, ਇਹਦਾ ਕੰਮ ਹੀ ਖਤਮ ਕਰ ਦਈਏ। ਪਰ ਜਦੋਂ ਦਿਓ ਨੇ ਜਾ ਕੇ ਫੜਿਆ ਨਾਮਦੇਵ ਜੀ ਨੂੰ, ਤੇ ਨਾਮਦੇਵ ਜੀ ਨੇ ਅੱਗੋਂ ਇਹੋ ਕਿਹਾ, ਉਹ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਮਹਾਰਾਜ ਇੰਨਾ ਭਿਆਨਕ ਰੂਪ ਧਾਰਨ ਕਰਕੇ ਅੱਜ ਆਏ ਹੋ। ਤੇ ਪਰਮਾਤਮਾ ਵਾਹਿਗੁਰੂ ਨੇ ਦਰਸ਼ਨ ਦਿੱਤੇ। ਕਹਿਣ ਲੱਗੇ ਨਾਮਦੇਵ ਸਾਨੂੰ ਇਹਦੇ ਵਿੱਚੋਂ ਵੀ ਤੂੰ ਦੇਖ ਲਿਆ। ਜਿਨ੍ਹਾਂ ਨੇ ਦੇਖਣਾ ਸੀ ਉਹਨਾਂ ਨੇ ਦੇਖ ਲਿਆ, ਤੇ ਜਿਹੜੇ ਨੇੜੇ ਰਹਿਣ ਵਾਲੇ ਉਹ ਜਾਣ ਗਏ। ਪਰ ਜਿਨ੍ਹਾਂ ਦੀ ਹਲੇ ਦ੍ਰਿਸ਼ਟੀ ਨਹੀਂ ਬਣੀ ਉਹ ਗੁਰੂ ਦੇ ਕੋਲ ਰਹਿ ਕੇ ਵੀ ਨਹੀਂ ਪਛਾਣ ਸਕੇ। ਇਸ ਲਈ ਆ ਬੁੱਧੀਜੀਵ ਤਰਕਾਂ ਕਰਦੇ ਹੀ ਨੇ ਨਾ ਕਿ ਗੁਰੂ ਇੱਕ ਆਮ ਮਨੁੱਖ ਹੈ। ਪਰ ਭਾਈ ਸੰਤੋਖ ਸਿੰਘ ਕਹਿੰਦੇ ਨਹੀਂ, ਮਾਨੁਖ ਕਾ ਕਰ ਰੂਪ ਨਾ ਜਾ। ਗੁਰੂ ਨੂੰ ਤੂੰ ਮਨੁੱਖ ਦਾ ਰੂਪ ਕਰਕੇ ਨਾ ਜਾਣ, ਉਹ ਤਾਂ ਜੋਤ ਰੂਪ ਹੈ। ਕਹਿੰਦੇ ਮਨੁੱਖਾਂ ਦੇ ਧਾਰੀ ਹੈ, ਸਵਾਂਗ ਵੀ ਮਨੁੱਖਾਂ ਵਾਂਗੂ ਕਰਦੇ ਹਨ। ਇੱਕ ਦਿਵਸ ਚੜਿਓ ਤਨ ਤਾਪ ਮਹਾ, ਇੱਕ ਦਿਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਉੱਤੇ ਬਹੁਤਾ ਬੁਖਾਰ ਚੜ ਗਿਆ। ਬਹੁ ਕੰਪਤ ਅੰਗ ਸੰਤਾਪ ਲਹਾ, ਹੁਣ ਜਦੋਂ ਬੁਖਾਰ ਆਉਂਦਾ ਹੈ ਤੇ ਉਹਦੇ ਨਾਲ ਸਰੀਰ ਕੰਬਦਾ ਹੈ।
ਬਹੁਤਾ ਸਰੀਰ ਕੰਬਿਆ ਤੇ ਜਿਹਦੇ ਨਾਲ ਸਰੀਰ ਨੂੰ ਬਹੁਤਾ ਦੁੱਖ ਹੋ ਰਿਹਾ ਸੀ। ਬਹੁ ਬਾਰਹਿ ਬਾਰ ਸੋ ਪਾਨ ਕਰੈ, ਬਾਰ-ਬਾਰ ਜਲ ਨੂੰ ਛਕਦੇ ਸਨ, ਪਾਣੀ ਪੀਂਦੇ ਸੀ। ਮੁਖ ਸੂਕਤ ਜਾਤ ਨ ਹੋਤ ਥਰੇ, ਬੁਖਾਰ ਹੋਣ ਕਰਕੇ ਮੂੰਹ ਸੁੱਕਦਾ ਸੀ, ਖਲੋਤਾ ਨਹੀਂ ਸੀ ਜਾਂਦਾ, ਪੈਰਾਂ ਭਾਰ। ਪਿਖ ਗੰਗ ਸੋ ਵਿਆਕੁਲ ਨੰਦਨ ਕੋ, ਹੁਣ ਜਦੋਂ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਦੇਖਿਆ ਮਾਤਾ ਗੰਗਾ ਜੀ ਨੇ, ਦੇਖ ਕੇ ਮਾਤਾ ਗੰਗਾ ਜੀ ਬਹੁਤ ਵਿਆਕੁਲ ਹੋਏ, ਮਨ ਨੂੰ ਬੜਾ ਦੁੱਖ ਲੱਗਾ। ਸੁਧ ਭੇਜ ਦਈ ਜਗ ਬੰਧਨ ਕੋ, ਛੇਤੀ ਨਾਲ ਜਗਤ ਦੇ ਨਮਸਕਾਰ ਪੂਜਣ ਯੋਗ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਹ ਖਬਰ ਭੇਜੀ, ਕਿਉਂਕਿ ਜਿੱਥੇ ਪ੍ਰਤੱਖ ਹਾਰ ਨੇ ਨਾ, ਉੱਥੇ ਸਤਿਗੁਰੂ ਗ੍ਰਸਤੀ ਵੀ ਨੇ, ਤੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਸਤਿਗੁਰਾਂ ਨੇ ਨਿਭਾ ਕੇ ਦੱਸੀ ਹੈ। ਕਿਤੇ ਇਹ ਨਾ ਹੋਵੇ ਕਿ ਮਨੁੱਖ ਕਵੇ ਕਿ ਜੀ ਗ੍ਰਸਤੀ ਰੱਬ ਨੂੰ ਪਾ ਹੀ ਨਹੀਂ ਸੀ ਸਕਦਾ। ਆ ਭਗਤ ਧੰਨਾ ਜੀ ਗ੍ਰਸਤੀ ਹੋਏ, ਜਿਨ੍ਹਾਂ ਨੂੰ ਅੱਜ ਸਾਰਾ ਸੰਸਾਰ ਪਰਮੇਸ਼ਰ ਦਾ ਰੂਪ ਜਾਣ ਕੇ ਮੱਥੇ ਟੇਕ ਰਿਹਾ। ਇਹ ਕੇਵਲ ਇੱਕ ਮਨ ਦੇ ਬਹਾਨੇ ਨੇ। ਜੇ ਨਹੀਂ ਜਪਣਾ ਫਿਰ ਬੰਦਾ ਵਿਹਲਾ ਰਹਿ ਕੇ ਵੀ ਨਹੀਂ ਜੇ ਜਪ ਸਕਦਾ। ਜਿਹਨੇ ਜਪਿਆ ਉਹਨੇ ਗ੍ਰਸਤ ਵਿੱਚ ਰਹਿੰਦਿਆਂ, ਆਪਣੀ ਕਿਰਤ ਕਰਦਿਆਂ, ਦਸਾਂ ਨੋਹਾਂ ਦੀ ਖੇਤੀਬਾੜੀ ਕਰਦਿਆਂ, ਵਪਾਰ ਕਰਦਿਆਂ, ਜੋੜਨਾ ਤੇ ਮਨ ਕਰਕੇ ਸੀ ਨਾ, ਜੋੜਨੀ ਤੇ ਆਪਣੀ ਸੁਰਤ ਸੀ, ਤੇ ਸੁਰਤ ਨੂੰ ਤਾਂ ਕੋਈ ਕੰਮ ਨਹੀਂ, ਮਨ ਨੂੰ ਤਾਂ ਕੋਈ ਕੰਮ ਨਹੀਂ ਸੀ। ਪਰ ਇਹ ਕੇਵਲ ਅਵੇਸਲਾ ਪੁੰਨ ਸੀ ਆਪਣਾ, ਇਹ ਬੇਉਦਮੀ ਸੀ ਅਸੀਂ। ਪਰ ਮਹਾਰਾਜ ਕਹਿੰਦੇ ਉਦਮ ਕਰੇਂਦਿਆ ਜਿਉ ਤੂੰ ਕਮਾਉਂਦਿਆ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਜੇ ਤੂੰ ਮਨ ਕਰਕੇ ਉਦਮ ਕਰੇ, ਉਹਨੂੰ ਧਿਆਵੇਂ, ਧਿਆਉਂਦਿਆਂ ਉਹਦੀ ਪ੍ਰਾਪਤੀ ਕਰ ਸਕਦਾ। ਭਾਵੇਂ ਗ੍ਰਸਤ ਵਿੱਚ ਹੈ, ਭਾਵੇਂ ਤੂੰ ਆਪਣੀ ਕਿਰਤ ਕਰ ਰਿਹਾ। ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਈਆਂ ਸੰਗਤਾਂ ਨੂੰ ਮਹਾਰਾਜ ਇੱਥੇ ਉਪਦੇਸ਼ ਦਿੰਦੇ ਸੀ। ਮਾਤਾ ਗੰਗਾ ਜੀ ਨੇ ਸੁਨੇਹਾ ਭੇਜਿਆ, ਜਦੋਂ ਘਰ ਵਿੱਚ ਕਿਸੇ ਪੁੱਤਰ ਦੇ ਉੱਤੇ, ਬੱਚੇ ਦੇ ਉੱਤੇ ਕੋਈ ਦੁੱਖ ਦੀ ਘੜੀ ਆਵੇ, ਤੇ ਫਿਰ ਘਰ ਵਾਲੀ ਆਵਾਜ਼ ਮਾਰਦੀ ਆਪਣੇ ਪਤੀ ਨੂੰ, ਸਿਰ ਦੇ ਸਾਈਂ ਨੂੰ। ਮਾਤਾ ਗੰਗਾ ਜੀ ਨੇ ਸਤਿਗੁਰਾਂ ਨੂੰ ਸੁਨੇਹਾ ਭੇਜਿਆ ਹੈ, ਟਿਕ ਬੈਠ ਰਹੀ ਦੁਖ ਪਾਵਤ ਹੈ। ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠੇ ਨੇ, ਮਨ ਵਿੱਚ ਬੜੇ ਵਿਆਕੁਲ ਹਨ। ਪ੍ਰੇ ਪੁੱਤਰ ਭਿਖਿਆ ਤਪਤਾਵਤ ਹੈ, ਪਿਆਰੇ ਪੁੱਤਰ ਨੂੰ ਦੇਖ ਰਹੇ ਨੇ। ਸਤਿਗੁਰਾਂ ਦਾ ਸਰੀਰ ਜਿਹੜਾ ਸੀ ਬਾਲ ਅਵਸਥਾ ਵਿੱਚ ਬਹੁਤ ਕੰਬ ਰਿਹਾ ਸੀ। ਨਿਜ ਹੱਥ ਲਗਾਏ ਰਹੀ ਤਨ ਕੋ, ਸਰੀਰ ਬਹੁਤਾ ਤਪਦਾ ਸੀ ਤੇ ਬਾਰ-ਬਾਰ ਮਾਤਾ ਜੀ ਹੱਥ ਲਾਉਂਦੇ ਸਨ। ਜਿਹਦੇ ਨਾਲ ਬਹੁਤਾ ਪਿਆਰ ਹੋਵੇ ਉਹਦਾ ਦੁੱਖ ਦੇਖਿਆ ਵੀ ਨਹੀਂ ਜਾਂਦਾ। ਤੇ ਬਾਰ-ਬਾਰ ਮਾਤਾ ਜੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਹੱਥ ਲਾ ਕੇ ਦੇਖਦੇ ਨੇ ਕਿ ਬੁਖਾਰ ਕਿੰਨਾ ਕੁ ਹੈ। ਬਾਰ-ਬਾਰ ਇਹ ਦੇਖਦੇ ਸਨ। ਸੁਧ ਬੂਝਤ ਪੀਰ ਬੜੀ ਮਨ ਕੋ, ਸੁਧ ਬੂਝਤ ਪੁੱਛਦੇ ਸਨ ਬਾਰ-ਬਾਰ ਖਬਰ, ਪਰ ਮਨ ਨੂੰ ਬਹੁਤੀ ਪੀੜ ਹੁੰਦੀ ਸੀ। ਕਿਤਨੇ ਮੈਂ ਸ੍ਰੀ ਗੁਰ ਆਪ ਆਏ, ਇੰਨੇ ਚਿਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਘਰ ਆ ਗਏ। ਨਿਜ ਨੰਦਨ ਦੇਖ ਸਮੀਪ ਭਏ, ਆਪਣੇ ਪੁੱਤਰ ਨੂੰ ਦੇਖਿਆ ਸਤਿਗੁਰੂ ਜੀ ਨੇ ਕੋਲ ਆ ਕੇ। ਮਨ ਵਿਆਕੁਲ ਗੰਗ ਵਿਸ਼ਾਲ ਲਖੀ, ਇਹ ਵੀ ਦੇਖਿਆ ਕਿ ਇਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਮਨ ਵਿੱਚ ਬੜੇ ਵਿਆਕੁਲ ਹਨ। ਟਿਗ ਦ੍ਰਿਗ ਢੋਰਤ ਹੇਰਤ ਨੰਦ ਦੁਖੀ, ਆਪਣੇ ਪੁੱਤਰ ਨੂੰ ਦੁਖੀ ਦੇਖ ਕੇ, ਸਰੀਰ ਤਪਦਾ ਦੇਖ ਕੇ, ਤੇ ਨੇਤਰ ਜਿਹੜੇ ਸਾਨੂੰ ਸੇਜਲ ਸੀ। ਕਿਉਂਕਿ ਕਈ ਵਾਰੀ ਬੰਦੇ ਨੂੰ ਆਪਣਾ ਦੁੱਖ ਇੰਨਾ ਮਹਿਸੂਸ ਨਹੀਂ ਹੁੰਦਾ, ਪਰ ਮਾਂ-ਬਾਪ ਆਪਣੇ ਬੱਚਿਆਂ ਦਾ ਦੁੱਖ ਦੇਖ ਕੇ ਨਹੀਂ ਬਰਦਾਸ਼ਤ ਕਰਦੇ। ਉਹ ਸਰੀਰ ਕਰਕੇ ਭਾਵੇਂ ਸੁਖੀ ਹੋਣ, ਪਰ ਜੇ ਬੱਚੇ ਨੂੰ ਕੋਈ ਦੁੱਖ ਹੈ ਤੇ ਉਹਨਾਂ ਦਾ ਮਨ ਦੁਖੀ ਹੁੰਦਾ ਹੈ। ਮਾਤਾ ਗੰਗਾ ਜੀ ਵੱਲ ਤੱਕਿਆ ਤੇ ਮਾਤਾ ਜੀ ਨੇਤਰ ਜਿਹੜੇ ਸਨ ਮਾਤਾ ਜੀ ਦੇ ਉਹ ਸੇਜਲ ਸਨ। ਤਜ ਖਾਣ ਰੋਪਾਨ ਬਸੂਰਤ ਹੈ, ਹੁਣ ਮਾਂ-ਬਾਪ ਖਾਂਦੇ ਪੀਂਦੇ ਵੀ ਉਦੋਂ ਨੇ ਜਦੋਂ ਬੱਚੇ ਖਾਣ ਪੀਣ, ਖੁਸ਼ ਹੋਣ, ਸੁਖੀ ਹੋਣ। ਤੇ ਜੇ ਬੱਚੇ ਨੂੰ ਕੋਈ ਦੁੱਖ ਹੋਵੇ ਤੇ ਮਾਂ ਦੇ ਅੰਦਰ ਪਾਣੀ ਦਾ ਘੁੱਟ ਕਿੱਥੋਂ ਲੰਘਦਾ, ਕਿੱਥੇ ਮੂੰਹ ਦੇ ਵਿੱਚ ਬੁਰਕੀ ਲੰਘਦੀ ਹੈ। ਮਾਤਾ ਜੀ ਨੇ ਖਾਣਾ ਪੀਣਾ ਵੀ ਜਿਹੜਾ ਸੀ ਉਹ ਛੱਡ ਦਿੱਤਾ। ਜਿਤ ਚਿੰਤ ਮਨੋ ਇਹ ਮੂਰਤ ਹੈ, ਹਾਂ, ਮਨ ਇਸ ਤਰ੍ਹਾਂ ਦਾ ਸਰੂਪ ਬਣ ਗਿਆ ਕਿ ਚਿੰਤਾ ਦੀ ਇੱਕ ਮੂਰਤ ਹੋਣ। ਨਹਿ ਆਣ ਵਿਖੈ ਮਨ ਕਾਰਜ ਕੋ, ਹੋਰ ਕਿਸੇ ਕੰਮ ਵਿੱਚ ਮਾਤਾ ਜੀ ਦਾ ਮਨ ਨਹੀਂ ਸੀ ਲੱਗ ਰਿਹਾ। ਹਿਮ ਸੰਕਟ ਦੇਖ ਸੋ ਆਰਜ ਕੋ, ਇਹ ਸੰਕਟ ਦੇਖ ਕੇ ਮਾਤਾ ਜੀ ਮਨ ਵਿੱਚ ਬੜੇ ਦੁਖੀ ਸਨ। ਟਿਕ ਬੈਠ ਗਏ ਕਰੁਣਾ ਕਰਕੇ, ਕਿਰਪਾਲੂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਕੋਲ ਬੈਠ ਗਏ ਨੇ। ਸੁਤ ਦੇਹ ਸੁ ਤਾਪ ਰਹਿਓ ਚਰ ਕੈ, ਆਪਣੇ ਪੁੱਤਰ ਦਾ ਸਰੀਰ ਦੇਖਿਆ ਤੇ ਸਰੀਰ ਬੜਾ ਤਪ ਰਿਹਾ ਸੀ ਬੁਖਾਰ ਦੇ ਨਾਲ। ਗਣਦਾਸ ਪਿਖੇ ਦੁਖ ਪਾਵਤ ਹੈ, ਫਿਰ ਸਤਿਗੁਰੂ ਜੀ ਨੇ ਕੋਲ ਸਿੱਖ ਦੇਖੇ ਨੇ, ਦਾਸ ਦੇਖੇ ਨੇ, ਉਹ ਵੀ ਬਹੁਤ ਦੁਖੀ ਸਨ। ਮੁਰਝਾਏ ਕਛੂ ਨਾ ਸੁਹਾਵਤ ਹੈ, ਮਨ ਮੁਰਝਾਏ ਹੋਏ ਸਨ ਤੇ ਸਿੱਖ ਸੇਵਕ ਉਹਨਾਂ ਨੂੰ ਵੀ ਕੁਝ ਨਹੀਂ ਸੀ ਸ਼ੋਭਦਾ। ਸਭ ਹੂਣ ਮਨੋ ਜਰ ਜੀਵਨ ਕੀ, ਮਾਨੋ ਕਿ ਸਾਰਿਆਂ ਦੇ ਮਨ ਵਿੱਚ ਇਸ ਤਰ੍ਹਾਂ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ
ਇਹਨਾਂ ਸਿੱਖ ਸੇਵਕਾਂ ਦੇ ਜੀਵਨ ਦੀ ਜੜ ਹਨ। ਮਨ ਆਨੰਦ ਦੀਰਘ ਸਥੀਵਨ ਕੀ, ਇਹਨਾਂ ਦੇ ਮਨ ਨੂੰ ਆਨੰਦ ਦੇਣ ਵਾਲੇ ਹਨ। ਇਮ ਸ੍ਰੀ ਗੁਰ ਦੇਖ ਵਿਸ਼ੇਖ ਦੁਖੀ, ਇਸ ਤਰ੍ਹਾਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਸੇਵਕਾਂ ਨੂੰ ਬਹੁਤਾ ਦੁਖੀ ਦੇਖਿਆ ਹੈ। ਪਰਿਵਾਰ ਆਧਾਰ ਸਭੀ ਬਿਲਖੀ, ਇਹ ਦੇਖਿਆ ਹੈ ਕਿ ਪਰਿਵਾਰ ਦਾ ਸਿੱਖਾਂ ਦਾ ਆਧਾਰ ਸ਼੍ਰੀ ਹਰਗੋਬਿੰਦ ਸਾਹਿਬ ਹਨ। ਤਜ ਆਣ ਉਪਾਵ ਬੜੇ ਜਗ ਕੀ, ਆਧਾਰ ਤਾਂ ਹੈ ਹੀ ਨੇ, ਕਿਉਂਕਿ ਜਾਣ ਨਾ ਦੇਸਾਂ ਸੋਢੀਆਂ ਹੋਰ ਸੇ ਅਜਾਰ ਨਾ ਜਰਿਆ ਜਾਵੇ, ਘਾਰੀ ਕੀ ਵਤ ਘਰੇ ਰਹਾਵੇ। ਆਉਣ ਵਾਲੇ ਸਮੇਂ 'ਚ ਗੁਰਤਾ ਤੇ ਬਿਰਾਜਮਾਨ ਹੋਣਾ ਤੇ ਸਿੱਖਾਂ ਦੇ ਆਸਰਾ ਵੀ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ। ਇਹ ਦੇਖ ਕੇ ਸਤਿਗੁਰੂ ਜੀ ਨੇ ਪਰਮੇਸ਼ਵਰ ਪ੍ਰੀਤ ਰਹੀ ਲੱਗ ਕੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਜਿਹੜੀ ਸੀ ਉਹ ਮਨ ਦੀ ਰੱਖੀ। ਹੋਰ ਕੋਈ ਆਸਰਾ ਨਹੀਂ ਤੱਕਿਆ। ਨਹੀਂ ਤਾਂ ਕਈ ਵਾਰੀ ਬੰਦੇ ਦੇ ਸਰੀਰ ਤੇ ਉੱਤੇ ਦੁੱਖ, ਘਰ ਵਿੱਚ ਦੁੱਖ ਆਵੇ, ਉਹ ਭਟਕ ਜਾਂਦਾ ਹੈ। ਇਹੋ ਹੀ ਅਰਦਾਸ ਆਪਾਂ ਕਰਨੀ ਕਿ ਦਾਤਾ ਕਿਰਪਾ ਕਰਿਓ, ਰਹਿਮਤ ਕਰਿਓ ਕਿ ਕਿਸੇ ਘੜੀ ਕਿਸੇ ਸਮੇਂ ਵੀ ਆਪ ਜੀ ਤੋਂ ਦੂਰ ਨਾ ਜਾਈਏ। ਨਹੀਂ ਤਾਂ ਕਈ ਵਾਰੀ ਸੁਣੀਦਾ ਜੀ ਦੁਖੀ ਐਸੇ ਸਨ ਤੇ ਜਿਹੜਾ ਕਿਸੇ ਨੇ ਸਾਨੂੰ ਇਲਾਜ ਦੱਸਿਆ ਸੀ ਉਧਰ ਤੁਰ ਪਏ। ਠੀਕ ਹੈ ਕਿ ਬੰਦਾ ਆਪਣੇ ਜਿਹੜੇ ਇਲਾਜ ਨੇ ਦੁਨਿਆਵੀ ਉਹ ਕਰਦਾ ਹੈ, ਪਰ ਇੱਕ ਅਕਾਲ ਪੁਰਖ ਦਾ ਦਰ ਛੱਡ ਕੇ ਕਿਸੇ ਥਾਂ ਥਾਂ ਤੇ ਭਟਕਣਾ ਇਹ ਮਾੜਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਜ ਕਰਦੇ ਹਨ। ਸਤਨਾਮ ਸਮੰਤਰ ਮਹਾ ਜਪ ਕਾ, ਸਤਿਗੁਰੂ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਦੇ ਕੋਲ ਬੈ ਕੇ ਸਤਨਾਮ ਸੁਮੰਤਰ ਮਹਾ ਜਪ ਕਾ, ਜਿਹੜਾ ਸ਼੍ਰੋਮਣੀ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ ਨਾ, ਮੂਲ ਮੰਤਰ ਮੰਤਰਾਂ ਦਾ ਮੁੱਢ ਹੈ। ਮਹਾਰਾਜ ਜੀ ਨੇ ਉਸ ਮੰਤਰ ਦਾ ਜਾਪ ਕੀਤਾ ਹੈ। ਇਸ ਮੰਤਰ ਦੇ ਅੱਗੇ ਹੋਰ ਕੋਈ ਵੀ ਮੰਤਰ ਨਹੀਂ ਹੈ। ਦਵਾ ਵੀ ਤਾਂ ਕੰਮ ਕਰਦੀ ਹੈ ਜੇ ਦੁਆ ਕੰਮ ਕਰੇ ਤਾਂ। ਇਸ ਲਈ ਸਤਿਗੁਰਾਂ ਨੇ ਮਹਾ ਮੰਤਰ ਜਿਹੜਾ ਸੀ ਉਹਦਾ ਜਾਪ ਕੀਤਾ। ਸਤਨਾਮ ਦਾ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ ਹੈ। ਬੜ ਦਾਰੁਣ ਕਾਰਨ ਜੇ ਤਪ ਕਾ, ਹਾਂ, ਬਹੁਤਾ ਜਿਹੜਾ ਤਪ ਸੀ, ਜਿਹੜੀ ਤਪਸ਼ ਸੀ ਸਰੀਰ ਦੀ, ਉਹਨੂੰ ਦੂਰ ਕਰਨ ਵਾਲਾ ਇਹ ਮਹਾ ਮੰਤਰ ਹੈ। ਕਰ ਸ੍ਰੀ ਗੁਰ ਫੇਰਨ ਕੀਨ ਜਬਾ, ਸਤਿਗੁਰੂ ਜੀ ਨੇ ਇਸੇ ਮੰਤਰ ਦਾ ਜਾਪ ਕੀਤਾ, ਗੁਰਮੰਤਰ ਦਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਆਪਣਾ ਹਸਤ ਕਮਲ ਸਤਿਗੁਰਾਂ ਨੇ ਸਿਰ ਦੇ ਉੱਤੇ ਫੇਰਿਆ। ਮੁਖ ਪੈ ਤਨ ਪੈ ਹਤ ਤਾਪ ਤਬਾ, ਮੂੰਹ ਦੇ ਉੱਤੇ, ਸਰੀਰ ਦੇ ਉੱਤੇ, ਜਿੱਥੇ ਜਿੱਥੇ ਸਰੀਰ ਤਪ ਰਿਹਾ ਸੀ ਸਤਿਗੁਰੂ ਜੀ ਨੇ ਮਿਹਰ ਭਰਿਆ ਹੱਥ ਰੱਖਿਆ। ਨਾ ਰਹਿਓ ਤਾਪ ਜਿਉ ਤਤਕਾਲ ਹਇਓ, ਐਸੀ ਬਖਸ਼ਿਸ਼ ਹੋਈ ਕਿ ਜਿਹੜਾ ਤਾਪ ਸੀ ਉਹ ਸਰੀਰ ਤੇ ਨਾ ਰਿਹਾ, ਛੇਤੀ ਦੇ ਨਾਲ ਉਹ ਤਾਪ ਜਿਹੜਾ ਸੀ ਉੱਥੋਂ ਚਲਾ ਗਿਆ। ਉਠ ਸ੍ਰੀ ਹਰਗੋਬਿੰਦ ਬੈਠ ਗਇਓ, ਜਦੋਂ ਤਾਪ ਦੂਰ ਹੋਇਆ, ਕਿਉਂਕਿ ਰੋਗ ਹੀ ਹੈ, ਜਦੋਂ ਸਰੀਰ ਤੇ ਆਏ ਤੇ ਚੰਗਾ ਭਲਾ ਸਰੀਰ ਵੀ ਨਹੀਂ ਉੱਠਦਾ, ਪਰ ਜੇ ਅਰੋਗੀ ਹੋਵੇ ਸਰੀਰ ਤੇ ਫਿਰ ਬੰਦਾ ਦੌੜਦਾ ਫਿਰਦਾ, ਦਿਸ ਜਾਂਦਾ ਹੈ, ਤੰਦਰੁਸਤ ਹੈ। ਜਦੋਂ ਤਾਪ ਚਲਾ ਗਿਆ ਸ਼੍ਰੀ ਹਰਗੋਬਿੰਦ ਸਾਹਿਬ ਜੀ ਉੱਠ ਖਲੋਤੇ। ਜਿਮ ਪੂਰਬ ਖੇਲਤ ਮੋਦ ਧਰੇ, ਜਿਸ ਤਰ੍ਹਾਂ ਪਹਿਲਾਂ ਪ੍ਰਸੰਨ ਹੋ ਕੇ ਖੇਡਾਂ ਖੇਡ ਰਹੇ ਸਨ, ਤਿਸ ਰੀਤ ਮਹਾ ਹਰਖੰਤ ਫਿਰੇ, ਉਸੇ ਤਰ੍ਹਾਂ ਪ੍ਰਸੰਨ ਹੋ ਕੇ ਫੇਰ ਫਿਰਨ ਲੱਗੇ। ਪਰਿਵਾਰ ਨਿਹਾਰ ਆਨੰਦ ਭਇਓ, ਜਦੋਂ ਪਰਿਵਾਰ ਨੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖੇਲਾਂ ਖੇਲਦਿਆਂ ਦੇਖਿਆ, ਦੇਖ ਕਰਕੇ ਪਰਿਵਾਰ ਬੜਾ ਪ੍ਰਸੰਨ ਹੋਇਆ। ਸਮੁਦਾਇ ਮਿਲੇ ਉਤਸ਼ਾਹ ਕਇਓ, ਸਾਰਿਆਂ ਨੇ ਮਿਲ ਕੇ ਬੜਾ ਉਤਸ਼ਾਹ ਕੀਤਾ। ਸਭ ਸ੍ਰੀ ਗੁਰ ਕੋ ਕਰ ਜੋਰ ਕਹਾ, ਸਾਰੇ ਸਿੱਖ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਦੁਖ ਬ੍ਰਿੰਦ ਤੁਮਾਰ ਅਧੀਨ ਰਹਾ, ਸਤਿਗੁਰੂ ਜੀ ਸਾਰੇ ਦੁੱਖ ਵੀ ਜਿਹੜੇ ਨੇ ਉਹ ਤੁਹਾਡੇ ਅਧੀਨ ਨੇ। ਮਹਾਰਾਜ ਤੁਹਾਡੇ ਹੁਕਮ ਦੇ ਵਿੱਚ ਹੀ ਬੱਝੇ ਹਨ। ਜਿਮ ਰਾਵਰ ਕੀ ਲਖਤੇ ਮਰਜੀ, ਜਿਵੇਂ ਆਪ ਜੀ ਦੀ ਮਰਜ਼ੀ ਦੇਖਦੇ ਹਨ, ਤਿਮ ਹੋਤ ਸਬੈ ਭਣਤੇ ਅਰਜੀ, ਉਸੇ ਤਰ੍ਹਾਂ ਤੁਹਾਡੇ ਅੱਗੇ ਅਰਜ਼ਾਂ ਕਰਦੇ ਨੇ, ਬੇਨਤੀਆਂ ਕਰਦੇ ਹਨ ਤੇ ਉਸੇ ਤਰ੍ਹਾਂ ਇਹ ਸਾਰੇ ਚੱਲਦੇ ਹਨ। ਨਹਿ ਆਪ ਕਛੂ ਕਰ ਸ਼ਾਕਤ ਹੈ, ਪਰ ਆਪਣੇ ਆਪ ਇਹ ਰੋਗ ਵੀ ਕੁਝ ਨਹੀਂ ਕਰ ਸਕਦੇ। ਪਦ ਧੂਲ ਜਮਾਦਿਕ ਤਾਕਤ ਹੈ, ਤੇ ਤੁਹਾਡੇ ਚਰਨਾਂ ਦੀ ਧੂੜ ਜਿਹੜੀ ਹੈ ਉਹ ਜਮ ਆਦਿਕ ਵੀ ਚਰਨਾਂ ਵਾਲੀ ਤੱਕਦੇ ਹਨ। ਸੁਣ ਸ੍ਰੀ ਗੁਰੂ ਨਾਮ ਵਿਸ਼ੇਸ਼ਤ ਹੈ, ਸਤਿਗੁਰੂ ਜੀ ਨੇ ਸੁਣ ਕੇ ਨਾ ਨਾਮ ਦੀ ਵਿਸ਼ੇਸ਼ਤਾ ਦੱਸੀ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦੇ ਦੁੱਖ ਆਉਣੇ, ਇਹਦਾ ਕਾਰਨ ਇਹ ਸੀ ਉਹ ਤਾਂ ਆਪ ਸਮਰੱਥ ਸਨ ਪਰਮੇਸ਼ਰ ਨੇ। ਜਦੋਂ ਭੱਟ ਜੀ ਨੇ ਕਹਿ ਦਿੱਤਾ ਪ੍ਰਤੱਖ ਹਰ ਨੇ, ਫਿਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਤਾਂ ਸਾਰੇ ਦੁੱਖ ਨੇ। ਪਰ ਸਰੀਰ ਦੇ ਉੱਤੇ ਦੁੱਖ ਆਉਣਾ ਤੇ ਫਿਰ ਉਹ ਦੁੱਖ ਦੂਰ ਹੋਣਾ, ਕਿਸ ਤਰ੍ਹਾਂ ਦੁੱਖ ਦੂਰ ਹੁੰਦਾ ਹੈ, ਇਹ ਸਤਿਗੁਰੂ ਜੀ ਨੇ ਸਾਨੂੰ ਜੀਵਨ ਕਾਲ ਦੇ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਕਮਾਈ ਕਰਨੀ। ਮਹਾਰਾਜ ਜੀ ਨੇ ਫਿਰ ਨਾਮ ਦੀ ਵਿਸ਼ੇਸ਼ਤਾ ਦੱਸੀ ਹੈ ਕਿ ਜੇ ਕਿਤੇ ਸਰੀਰ ਦੇ ਉੱਤੇ ਕੋਈ ਦੁੱਖ ਆਉਂਦਾ ਹੈ ਤੇ ਨਾਮ ਕਿੰਨਾ ਵੱਡਾ ਹੈ। ਇਸ ਨਾਮ ਦੇ ਸੁਣਿਆ ਤੇ ਵੱਡੇ ਵੱਡੇ
ਜਮ ਦੂਤ ਭੱਜ ਜਾਂਦੇ ਨੇ। ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾਏ। ਤੁਹਾਡਾ ਨਾਮ ਸੁਣ ਕੇ ਤਾਂ ਜਮ ਦੂਤ ਛੱਡ ਜਾਂਦੇ ਨੇ। ਮਹਾਰਾਜ ਜੀ ਨੇ ਨਾਮ ਦੀ ਵਿਸ਼ੇਸ਼ਤਾ ਦੱਸੀ ਹੈ ਕਿ ਪਰਮਾਤਮਾ ਦਾ ਨਾਮ ਕਿੰਨਾ ਵੱਡਾ ਹੈ। ਸਿੱਖ ਸੰਗਤ ਕੋ ਉਪਦੇਸ਼ਤ ਹੈ। ਸਾਰੀਆਂ ਸਿੱਖ ਸੰਗਤਾਂ ਦੇ ਤਾਈਂ ਅੱਜ ਵੀ ਸਤਿਗੁਰਾਂ ਦਾ ਉਪਦੇਸ਼ ਆਪਾਂ ਸੁਣ ਰਹੇ ਹਾਂ। ਸਾਰੀ ਆਈਆਂ ਸੰਗਤਾਂ ਦੇ ਤਾਈਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇਹ ਮੰਤਰ ਮਹਾ ਸਤਨਾਮ ਹੈ। ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗੁਰਮੰਤਰ ਸਭ ਤੋਂ ਵੱਡਾ ਹੈ। ਨਿਜ ਜੀਹ ਜਪੈ ਜੋ ਅਰੋਗ ਚਾਹੈ। ਜਿਹੜਾ ਆਪਣੇ ਦੇਹ ਦੀ ਅਰੋਗਤਾ ਚਾਹੁੰਦਾ ਹੈ, ਪਾਤਸ਼ਾਹ ਕਹਿੰਦੇ ਨਿਜ ਜੀ ਜਪੈ, ਆਪਣੀ ਜੀਭਾ ਦੇ ਨਾਲ, ਆਪਣੀ ਰਸਨਾ ਦੇ ਨਾਲ ਵਾਹਿਗੁਰੂ 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 ਗੁਰਮੰਤਰ ਦਾ ਅਭਿਆਸ ਕਰੇ। ਤਨ ਤਾਪ ਕਹਾਂ ਇਸਤੇ ਜੋ ਰਹਾ। ਪਾਤਸ਼ਾਹ ਜੀ ਕਹਿੰਦੇ ਕਿਹੜਾ ਤਾਪ ਹੈ ਜਿਹੜਾ ਸਰੀਰ ਦੇ ਉੱਤੇ ਫਿਰ ਰਹੇਗਾ। ਕਮਾਈ ਆਪਾਂ ਕਰਦੇ ਨਹੀਂ, ਫਿਰ ਅਰਦਾਸ ਕਰਕੇ ਇਕੱਲਾ ਕਹੀਏ ਕਿ ਹਲੇ ਗੱਲ ਬਣੀ ਨਹੀਂ, ਪਰ ਡਾਕਟਰ ਕੋਲ ਗਏ, ਦਵਾਈ ਲਿਆਂਦੀ, ਖਾਧੀ ਤਾਂ ਹੈ ਨਹੀਂ, ਤੇ ਫਿਰ ਕਸੂਰ ਤਾਂ ਆਪਣਾ ਹੀ ਸੀ। ਮਹਾਰਾਜ ਨੇ ਤਾਂ ਸਾਨੂੰ ਔਖਦ ਦੇ ਦਿੱਤਾ, ਨਾਮ ਦੀ ਦਵਾਈ ਦਿੱਤੀ ਹੈ। ਤੇ ਪਾਤਸ਼ਾਹ ਕਹਿੰਦੇ ਹਨ ਕਿ ਜੇ ਚਾਹੁੰਦੇ ਹੋ ਦੁੱਖਾਂ ਤੋਂ ਛੁਟਕਾਰਾ ਪਾਉਣਾ, ਆਪਣੀ ਜੀਭਾ ਦੇ ਨਾਲ ਨਾਮ ਜਪੋ, ਫਿਰ ਕਿਹੜਾ ਤਾਪ ਹੈ ਜਿਹੜਾ ਸਰੀਰ ਦੇ ਉੱਤੇ ਰਹਿ ਸਕੇਗਾ। ਜਗ ਤੀਨੋ ਤਾਪਨ ਖਾਪਦ ਹੈ। ਇਹ ਨਾਮ ਦੇ ਨਾਲ ਤਾਂ ਤਿੰਨੇ ਤਾਪ ਖਾਪ ਨਾਸ਼ ਹੋ ਜਾਂਦੇ ਨੇ। ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ, ਤਾ ਕੋ ਬਿਗਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਤਿੰਨੇ ਤਾਪ, ਤਿੰਨ ਤਾਪ ਹੁੰਦੇ ਆਦਿ, ਵਿਆਧੀ ਤੇ ਉਪਾਧੀ। ਆਦਿ ਰੋਗ ਹੁੰਦਾ ਹੈ ਕਿ ਮਨ ਦੀਆਂ ਉੱਪਰੋਂ ਆਉਣ ਪਈ ਕਿਸੇ ਤਰ੍ਹਾਂ ਦੀ ਵਿਪਤਾ ਜਿਹੜੀ ਹੈ, ਇਸੇ ਤਰ੍ਹਾਂ ਮਨ ਦੀਆਂ ਖਿਲਤਾਂ ਵਿਗੜ ਕੇ ਮਨ ਦੁਖੀ ਹੋ ਜਾਣਾ, ਸਰੀਰ ਦੀਆਂ ਖਿਲਤਾਂ ਵਿਗੜ ਕੇ ਸਰੀਰ ਦੇ ਰੋਗ ਲੱਗਣੇ। ਇਹ ਤਿੰਨ ਤਰ੍ਹਾਂ ਦੇ ਦੁੱਖ ਨੇ, ਮਨ ਦਾ ਰੋਗੀ, ਤਨ ਦਾ ਰੋਗੀ ਤੇ ਉੱਪਰੋਂ ਆਣ ਪਈ ਵਿਪਤਾ। ਇਉਂ ਮਹਾਰਾਜ ਕਹਿੰਦੇ ਕਿਹੜਾ ਦੁੱਖ ਹੈ ਜਿਹੜਾ ਨਾਮ ਜਪਿਆਂ ਤੁਹਾਡੇ ਕੋਲ ਰਹਿ ਜਾਵੇਗਾ। ਕਿਹੜਾ ਤਾਪ ਹੈ ਜਿਹੜਾ ਫਿਰ ਇਸੇ ਤਰ੍ਹਾਂ ਰਹੇਗਾ। ਮੁਖ ਧਨ ਜਪੈ ਸਤਨਾਮ ਸਦਾ। ਉਹਨਾਂ ਦੇ ਮੁਖ ਧਨ ਨੇ ਜਿਹੜਾ ਸਦਾ ਨਾਮ ਦਾ ਜਾਪ ਜਪਦੇ ਹਨ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਸਾਹ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹਨਾਂ ਦਾ ਮੁਖ ਧਨ ਹੈ ਜਿਹੜਾ ਸਦਾ ਸਤਨਾਮ ਦਾ ਜਾਪ ਕਰਦਾ ਹੈ। ਕਿਹੇ ਹੋ ਸੰਕਟ ਹੋਣ ਨਾ ਦੇਤ ਕਦਾ। ਇਹ ਨਾਮ ਕਿਸੇ ਤਰ੍ਹਾਂ ਦਾ ਸੰਕਟ ਜਿਹੜਾ ਹੈ ਉਹ ਨਹੀਂ ਹੋਣ ਦਿੰਦਾ। ਨਾਮ ਜਪਿਆਂ ਸਾਰੇ ਸੰਕਟ ਹੀ ਨਾਸ਼ ਹੋ ਜਾਂਦੇ ਹਨ। ਬੜ ਭਾਗ ਭਰੇ ਲਿਵ ਲਾਵਤ ਹੈ। ਪਰ ਵੱਡੇ ਭਾਗਾਂ ਵਾਲੇ ਨਾਮ ਦੇ ਨਾਲ ਲਿਵ ਲਾਉਂਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪਰ ਵੱਡਿਆਂ ਭਾਗਾਂ ਵਾਲੇ ਇਹ ਨਾਮ ਦੇ ਨਾਲ ਆਪਣੀ ਲਿਵ ਲਾਉਂਦੇ ਹਨ। ਦੁਖ ਲੋਕ ਪਰਲੋਕ ਨਸਾਵਤ ਹੈ। ਪਰ ਜਿਹੜੇ ਨਾਮ ਦੇ ਨਾਲ ਲਿਵ ਲਾਉਂਦੇ ਨੇ ਉਹਨਾਂ ਦੇ ਲੋਕ ਪਰਲੋਕ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ। ਕਹਿ ਸਿੱਖਣ ਸਾਥ ਵਿਕਾਰ ਤਜੋ। ਗੁਰਦੇਵ ਨੇ ਕਿਹਾ ਕਿ ਸਿੱਖਾਂ ਦੇ ਤਾਈਂ ਕਿ ਵਿਕਾਰਾਂ ਦਾ ਤਿਆਗ ਕਰੋ। ਸਤਨਾਮ ਭਜੋ ਸਤਨਾਮ ਭਜੋ। ਵਾਹਿਗੁਰੂ 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 ਗੁਰਮੰਤਰ ਜਪੋ। ਇਹ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਹੈ ਕਿ ਸਿੱਖਣ ਸਾਥ ਵਿਕਾਰ ਤਜੋ। ਜਦੋਂ ਡਾਕਟਰ ਦਵਾਈ ਦਿੰਦਾ ਹੈ ਨਾ, ਫਿਰ ਦਵਾਈ ਦੇ ਕੇ ਕਹਿੰਦਾ ਕਿ ਇਹਨਾਂ ਚੀਜ਼ਾਂ ਦਾ ਤੂੰ ਪਰਹੇਜ਼ ਵੀ ਰੱਖਣਾ ਹੈ। ਸਾਧ ਸੰਗਤ ਪਰਹੇਜ਼ ਰੱਖੀਏ ਹੀ ਨਾ ਤੇ ਦਵਾਈ ਡਾਕਟਰ ਦੀ ਲਿਆਂਦੀ ਖਾ ਲਈਏ, ਫਿਰ ਜੇ ਕਿਤੇ ਰੋਗ ਠੀਕ ਨਾ ਹੋਵੇ ਫਿਰ ਦਵਾਈ ਨੂੰ ਦੋਸ਼ ਦਈਏ, ਡਾਕਟਰ ਨੂੰ ਦੋਸ਼ ਦਈਏ, ਇਹ ਵੀ ਗੱਲ ਨਹੀਂ ਬਣਦੀ। ਸਤਿਗੁਰੂ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਕੋਲ ਆਉਂਦੇ ਆ ਨਾ, ਸਤਿਗੁਰਾਂ ਨੇ ਸਾਨੂੰ ਦਵਾਈ ਦਿੱਤੀ ਹੈ, ਮਹਾਮੰਤਰ ਦਿੱਤਾ ਹੈ, ਗੁਰਮੰਤਰ ਦਿੱਤਾ ਹੈ, ਵਾਹਿਗੁਰੂ ਗੁਰਮੰਤਰ ਸਾਨੂੰ ਬਖਸ਼ਿਆ ਹੈ। ਪਰ ਹੁਣ ਦਵਾਈ ਤਾਂ ਲੈ ਲਈ, ਪਰ ਪਰਹੇਜ਼ ਕਿਹਦੇ ਤੋਂ ਕਰਨਾ ਸੀ? ਇਹਨਾਂ ਵਿਕਾਰਾਂ ਤੋਂ। ਕਿਉਂਕਿ ਵਿਕਾਰ ਹੀ ਤਾਂ ਹਨ ਜਿਹੜੇ ਸਰੀਰ ਨੂੰ ਰੋਗੀ ਕਰਨ ਵਾਲੇ ਨੇ। ਜੇ ਵਿਕਾਰਾਂ ਦਾ ਪਰਹੇਜ਼ ਰੱਖ ਕੇ ਗੁਰਮੰਤਰ ਦੀ ਦਵਾਈ ਖਾਵਾਂਗੇ, ਮਹਾਰਾਜ ਕਹਿੰਦੇ ਕੋਈ ਰੋਗ ਵੀ ਤਨ ਦਾ ਮਨ ਦਾ ਇਹ ਸਰੀਰ ਨੂੰ ਦੁਖੀ ਨਹੀਂ ਕਰ ਸਕੇਗਾ। ਇਹਦੇ ਤੋਂ ਮਨ ਸੁਖੀ ਹੋ ਜਾਵੇਗਾ, ਤਨ ਸੁਖੀ ਹੋਵੇਗਾ। ਪਰ ਹੁਣ ਕੀਤਾ ਕਿ ਵਿਕਾਰਾਂ ਦਾ ਤਿਆਗ ਹੁੰਦਾ ਨਹੀਂ, ਕਿਉਂਕਿ ਵਿਕਾਰ ਬੜੇ ਭਾਰੂ ਹਨ। ਤੇ ਫਿਰ ਕਹੀਏ ਕਿ ਇੰਨਾ ਕੁ ਅਸੀਂ ਜਪ ਲਿਆ ਸੀ, ਅਰਦਾਸ ਕੀਤੀ, ਗੱਲ ਨਹੀਂ ਬਣੀ। ਗੱਲ ਤਾਂ ਉਹਨਾਂ ਦੀ ਜ਼ਰੂਰ ਬਣੀ ਜੀ, ਜਿਨ੍ਹਾਂ ਨੇ ਵਿਕਾਰਾਂ ਤੋਂ ਨਿਵਰਤ ਹੋ ਕੇ ਆਪਣੀ ਜ਼ਿੰਦਗੀ ਵਿਕਾਰਾਂ ਤੋਂ ਰਹਿਤ ਹੋ ਕੇ ਬਤੀਤ ਕੀਤੀ, ਗੁਰਮੰਤਰ ਦਾ ਅਭਿਆਸ ਕੀਤਾ, ਸਿਮਰਨ ਕੀਤਾ, ਬਾਣੀ ਪੜ੍ਹ ਕੇ ਜੀਵਨ ਬਤੀਤ ਕੀਤਾ ਹੈ। ਉਹਨਾਂ ਦਾ ਲੋਕ ਸੁਖੀਆ, ਪਰਲੋਕ ਸੁਹੇਲਾ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਪਾਵਨ ਸ਼ਬਦ ਉਚਾਰਨ ਕੀਤੇ ਨੇ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ
ਨਵਾਂ ਨਰੂਆ। ਇਹ ਪਾਵਨ ਸ਼ਬਦ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਹਨਾਂ ਦੀ ਵਿਆਖਿਆ ਰਹਿੰਦਾ ਪ੍ਰਸੰਗ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਜੋ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਮਹਾਰਾਜ ਜੀਆਂ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਵੇ। ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਵੱਡ ਭਾਗ ਪਰੇ ਲਿਵ ਲਾਵਤ ਹੈ, ਦੁਖ ਲੋਕ ਪਰਲੋਕ ਨਸਾਵਤ ਹੈ। ਕੈ ਸਿੱਖਣ ਸਾਥ ਬਿਕਾਰ ਤਜੋ, ਸਤਨਾਮ ਭਜੋ ਸਤਨਾਮ ਭਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।